संत साजन भै सरसे, पूरे गुर ते जानी। सुनते पुनीत कहते पवित, सतगुर रहया भरपूरे। बिनवंत नानक गुर चरण लागे, वाजे अनहद तूरे। बिनवंत नानक गुर चरण लागे, वाजे अनहद तूरे। ज्ञान ध्यान किछ कर्म न जाना, सार न जाना तेरी। सब ते वड्डा सतगुर नानक जिन काल राखी। मेरी टल गुर सेविय, ऐनस सहज सुभाए। दर्शन पसिय गुरु के, जन्म मरण दुख जाए। होवै सिफत खसामधि, नूर अरसों कुरसों चटिया। तुद डिठे सच्चे पातशाह, मल जन्म जन्म दी कटिया। तुद डिठे सच्चे पातशाह, मल जन्म जन्म दी कटिया। सतनाम से वाहिगुरु साहिब जीओ। श्लोक कबीर मुक्त द्वारा संकुरा, राई दसवें पाए। मन तो महंगल होए रहा, लिखसिया क्यों कर जाए। ऐसा सतगुर जे मिले, तुठा करे पसाओ। मुक्त द्वारा मोकला, सहजे आओ जाओ। कबीर मुक्त द्वारा संकुरा, राई दसवें पाए। वाहिगुरु जी का खालसा, वाहिगुरु जी की फतेह। पतित पावन गरीब नवाज सतगुरु गुरु ग्रंथ साहिब जीआं दी पवित्र पावन हजूरी अंदर जुड़ मिल करके बैठी हुई गुरु प्यारी, गुरु सवारी, गुरु खालसा साध संगत जीओ। आप संगतां ने सतगुरां दे दरबार दी हाज़री भर के इलाही बाणी दे कीर्तन दियां दातां आप संगतां ने सरवण कीतियां। अमृत वेले दा समां आपां सफला बना रहे हाँ। सतगुरां दी गुरबाणी सुन के, सतगुरां दी गुरबाणी पढ़ के और सतगुरां दे पवित्र दर्शन करके सतगुरु रहमत कर रहे ने। इस वेले आपां गुरबाणी दी कथा, जिस दे बाबत महाराज ने बचन कीते ने, सब ते उत्तम हर की कथा। गुरबाणी दे विच जे किसे काम नूं उत्तम लिखिया है, चंगा लिखिया है, वड्डा लिखिया है, चंगा लिखिया है, ते केवल कथा नूं, परमेश्वर दी सिफत नूं चंगा लिखिया। सब ते उत्तम, सब ते सब तो कोई दुनिया का इहो जिहा पदार्थ, कोई दुनिया की इहो जी वस्ती, कोई पूजा, कोई अर्चना, कोई डंडौत इन्नी उत्तम नहीं जिन्नी उत्तम परमेश्वर की सिफत करनी है। और ये जिहड़ी गुरबाणी की असी कथा सरवण करते हाँ, ये सब तो उत्तम है। गुरु पातशाह दे मुख दे निकले हुए बचन सानू की कहंदे ने, इस गल की सानू समझ पैंदी है।
ਭਾਵੇਂ ਕਿ ਆਪਾਂ ਗੁਰਬਾਣੀ ਦਾ ਪਾਠ ਵੀ ਕਰਦੇ ਹਾਂ, ਭਾਵੇਂ ਆਪਾਂ ਗੁਰਬਾਣੀ ਦਾ ਕੀਰਤਨ ਵੀ ਸੁਣਦੇ ਹਾਂ, ਪਾਠ ਕਰਦੇ ਹਾਂ, ਹੁਕਮ ਕੀ ਹੈ, ਉਪਦੇਸ਼ ਕੀ ਹੈ, ਸਮਝ ਨਹੀਂ ਪੈਂਦਾ। ਕੀਰਤਨ ਸੁਣਦੇ ਹਾਂ, ਮਹਾਰਾਜ ਕੀ ਫਰਮਾਉਂਦੇ ਨੇ, ਸਮਝ ਨਹੀਂ ਪੈਂਦੀ ਹੈ। ਪਰ ਕਥਾ ਸੁਣਦੇ ਹਾਂ, ਸਾਰੇ ਬਚਨ ਸਮਝ ਵਿੱਚ ਪੈ ਜਾਂਦੇ, ਸਤਿਗੁਰੂ ਸਾਨੂੰ ਕੀ ਉਪਦੇਸ਼ ਦੇ ਰਹੇ ਨੇ। ਇਸ ਕਰਕੇ ਮਹਾਰਾਜ ਨੇ ਕਥਾ ਨੂੰ ਸਭ ਤੋਂ ਉੱਤਮ ਲਿਖਿਆ, ਸ੍ਰੇਸ਼ਟ ਲਿਖਿਆ ਹੈ। ਆਪ ਸੰਗਤਾਂ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਭਰ ਕੇ ਗੁਰਬਾਣੀ ਸਰਵਨ ਕਰਨ ਵਾਸਤੇ ਪਹੁੰਚਿਓ। ਆਓ ਕੁਝ ਸਮੇਂ ਵਾਸਤੇ ਮਨ ਬਿਰਤੀਆਂ ਟਿਕਾਈਏ, ਬੜੀ ਭਾਵਨਾ ਨਾਲ ਸਰਵਨ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਪਾਏ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਇਹ ਸ਼ਲੋਕ, ਕਹਿਣ ਲੱਗੇ ਜਿਹੜਾ ਮੁਕਤੀ ਦਾ ਦਰਵਾਜ਼ਾ ਹੈ, ਮੁਕਤ ਦੁਆਰਾ, ਜਿਹਦੇ ਵਿੱਚੋਂ ਮੁਕਤ ਹੋ ਕੇ ਜਾਣਾ ਹੈ, ਜਿੱਥੋਂ ਦੀ ਲੰਘ ਕੇ ਮੁਕਤ ਹੋਣਾ ਹੈ। ਮੁਕਤ ਦੁਆਰਾ ਸੰਕਰਾ, ਸੰਕਰਾ ਤੋਂ ਭਾਵ ਹੁੰਦਾ ਭੀੜਾ। ਮੁਕਤੀ ਦਾ ਦਰਵਾਜ਼ਾ ਬੜਾ ਭੀੜਾ ਹੈ, ਬੜਾ ਨਿੱਕਾ ਹੈ। ਕਬੀਰ ਸਾਹਿਬ ਜੀ ਕਿੰਨਾ ਕੁ ਨਿੱਕਾ ਹੈ, ਕਹਿਣ ਲੱਗੇ ਰਾਈ ਦਸਵੇਂ ਪਾਏ। ਰਾਈ ਦੇ ਦਾਣੇ ਨਾਲੋਂ ਵੀ ਬਰੀਕ। ਰਾਈ ਇੱਕ ਇਹੋ ਜਿਹਾ ਪਦਾਰਥ ਹੈ ਜਿਸ ਨੂੰ ਖਟਿਆਈ ਦੇਣ ਵਾਸਤੇ ਚਾਰ ਵਗੈਰਾ ਵਿੱਚ ਪਾਇਆ ਜਾਂਦਾ, ਅਤੇ ਰਾਈ ਦੇ ਜਿਹੜੇ ਦਾਣੇ ਨੇ ਸਰੋਂ ਦੇ ਦਾਣੇ ਨਾਲੋਂ ਵੀ ਛੋਟੇ ਹੁੰਦੇ ਨੇ। ਕਬੀਰ ਸਾਹਿਬ ਜੀ ਕਹਿਣ ਲੱਗੇ ਮੁਕਤੀ ਦਾ ਜੋ ਦਰਵਾਜ਼ਾ ਹੈ, ਜਿੱਥੋਂ ਲੰਘ ਕੇ ਜਾਣਾ ਹੈ, ਰਾਈ ਦੇ ਦਾਣੇ ਵਰਗਾ ਹੈ। ਤੇ ਉਹਦੇ ਵਿੱਚ ਵੀ ਬਚਨ ਕੀਤਾ ਦਸਵੇਂ ਭਾਏ, ਦਸਵੇਂ ਹਿੱਸੇ ਜਿੰਨਾ। ਹੁਣ ਰਾਈ ਦਾ ਦਾਣਾ ਤੇ ਸਰੋਂ ਦੇ ਦਾਣੇ ਨਾਲੋਂ ਵੀ ਛੋਟਾ ਹੈ, ਪਰ ਇੰਨਾ ਛੋਟਾ ਹੋਣ ਦੇ ਬਾਵਜੂਦ ਵੀ ਕਹਿਣ ਲੱਗੇ ਉਹਦਾ ਦਸਵਾਂ ਹਿੱਸਾ ਕੱਢ ਲਓ, ਕੀ ਬਣੇਗਾ। ਇਹ ਹੈ ਮੁਕਤੀ ਦਾ ਦਰਵਾਜ਼ਾ, ਜਿਹਦੇ ਵਿੱਚੋਂ ਲੰਘਣਾ ਹੈ। ਤੇ ਉਹਦੇ ਵਿੱਚੋਂ ਲੰਘਣ ਵਾਸਤੇ ਫਿਰ ਕੀ ਕਰਨਾ ਪਵੇਗਾ, ਉਹ ਅਸੀਂ ਸਮਝਣਾ ਹੈ। ਕਬੀਰ ਮੁਕਤ ਦੁਆਰਾ ਸੰਕਰਾ ਰਾਈ ਦਸਵੇਂ ਪਾਏ। ਮੁਕਤੀ ਦਾ ਦਰਵਾਜ਼ਾ ਬੜਾ ਛੋਟਾ ਹੈ, ਬੜਾ ਸੂਖਸ਼ਮ ਹੈ, ਬੜਾ ਬਰੀਕ ਹੈ, ਰਾਈ ਦੇ ਦਸਵੇਂ ਹਿੱਸੇ ਜਿੰਨਾ ਹੈ। ਤੇ ਫਰਮਾਉਂਦੇ ਹਨ ਮਨ ਤੋਂ ਮੈਗਲ ਹੋਏ ਰਹਾ, ਨਿਕਸਿਆ ਕਿਉਂ ਕਰ ਜਾਏ। ਬੰਦੇ ਦਾ ਜਿਹੜਾ ਮਨ ਹੈ ਨਾ, ਮਨ ਤੇ ਹਾਥੀ ਬਣਿਆ ਹੋਇਆ, ਫੁਰਨਿਆਂ ਦੇ ਨਾਲ, ਵਿਚਾਰਾਂ ਦੇ ਨਾਲ, ਵਿਕਾਰਾਂ ਦੇ ਨਾਲ, ਹਉਮੈ ਹੰਕਾਰ ਦੇ ਨਾਲ ਮਨ ਤੇ ਹਾਥੀ ਵਰਗਾ ਮੋਟਾ ਹੋ ਗਿਆ, ਭਾਰੀ ਹੋ ਗਿਆ। ਤੇ ਮੁਕਤੀ ਦਾ ਦਰਵਾਜ਼ਾ ਰਾਈ ਦੇ ਦਸਵੇਂ ਹਿੱਸੇ ਜਿੰਨਾ। ਤੇ ਹੁਣ ਤੁਸੀਂ ਇਹ ਗੱਲ ਦਾ ਹਿਸਾਬ ਲਾਓ ਜਾਂ ਆਪਣੇ ਮਨ ਵਿੱਚ ਸੋਚੋ ਵੀ ਹਾਥੀ ਨੂੰ ਉੱਥੋਂ ਕਿਵੇਂ ਕੱਢ ਕੇ ਲੈ ਜਾਵਾਂਗੇ। ਜੇ ਕੋਈ ਬੰਦਾ ਇਹ ਗੱਲ ਕਵੇ ਵੀ ਹਾਥੀ ਨੂੰ ਸੂਈ ਦੇ ਨੱਕੇ ਵਿੱਚੋਂ ਕੱਢਣਾ ਹੈ ਜਿੱਥੇ ਧਾਗਾ ਪਾਈਦਾ, ਕੀ ਨਿਕਲ ਸਕਦਾ? ਹਾਥੀ ਤੇ ਬੜਾ ਵੱਡਾ, ਸੂਈ ਦਾ ਨੱਕਾ ਬਿਲਕੁਲ ਛੋਟਾ, ਨਹੀਂ ਨਿਕਲੇਗਾ। ਇਹ ਸਾਨੂੰ ਸਮਝਾਇਆ ਹੈ। ਕਹਿਣ ਲੱਗੇ ਭਾਈ ਮੁਕਤੀ ਦਾ ਦਰਵਾਜ਼ਾ ਇੰਨਾ ਬਰੀਕ ਹੈ ਵੀ ਰਾਈ ਦੇ ਦਸਵੇਂ ਹਿੱਸੇ ਜਿੰਨਾ ਹੈ। ਮਨ ਤੋਂ ਮੈਗਲ ਹੋਏ ਰਹਾ, ਇਹ ਜਿਹੜਾ ਮਨ ਹੈ ਇਹ ਤੇ ਹਾਥੀ ਬਣਿਆ ਹੋਇਆ ਹੰਕਾਰ ਦੇ ਵਿੱਚ। ਨਿਕਸਿਓ ਕਹਿ ਕਰ ਜਾਏ, ਇਹ ਕਿਵੇਂ ਨਿਕਲ ਸਕਦਾ ਹੈ, ਕਿਵੇਂ ਉਸ ਨੂੰ ਕੱਢਿਆ ਜਾ ਸਕਦਾ? ਕੀ ਹੋ ਸਕਦਾ ਹੈ ਵੀ ਇਹ ਮਨ ਜਿਹੜਾ ਐਡਾ ਵੱਡਾ ਹੈ ਉਹ ਮੁਕਤੀ ਦੇ ਦਰਵਾਜ਼ੇ ਵਿੱਚੋਂ ਨਿਕਲ ਜਾਏ? ਤੇ ਜੇ ਮਨ ਹਾਥੀ ਵਰਗਾ ਮੋਟਾ ਹੋ ਗਿਆ ਹੰਕਾਰ ਦੇ ਨਾਲ, ਤੇ ਫਿਰ ਕਹਿਣ ਲੱਗਦੇ ਨਿਕਸਿਆ ਕਿਉਂ ਕਰ ਜਾਏ, ਕਿਵੇਂ ਉਹਦੇ ਵਿੱਚੋਂ ਨਿਕਲ ਸਕਦਾ ਹੈ? ਦੱਸਣਾ ਕਰੋ। ਐਸਾ ਸਤਿਗੁਰ ਜੇ ਮਿਲਾ, ਤੁਠਾ ਕਰੇ ਪਸਾਓ। ਸਾਹਿਬ ਜੀ ਕਹਿਣ ਲੱਗੇ ਕੋਈ ਤਰੀਕਾ ਵੀ ਗੁਰੂ ਇਹੋ ਜਿਹਾ ਮਿਲ ਜਾਵੇ ਜਿਹੜਾ ਗੁਰੂ ਪ੍ਰਸੰਨ ਹੋ ਜਾਵੇ। ਐਸਾ ਸਤਿਗੁਰ ਜੇ ਮਿਲੇ, ਗੁਰੂ ਇਹੋ ਜਿਹਾ ਮਿਲ ਜਾਵੇ ਜਿਹਦੇ ਦੁਆਰਾ ਕੀ ਹੋਵੇ, ਤੁਠਾ, ਗੁਰੂ ਟੁੱਟ ਕੇ ਕਿਰਪਾ ਕਰੇ,
ਤੇ ਪਸਾਓ ਆਪਣੀ ਖੁਸ਼ੀ ਕਰੇ, ਆਪਣੀ ਬਖਸ਼ਿਸ਼ ਕਰੇ, ਆਪਣੀ ਮਿਹਰ ਕਰ ਦੇਵੇ। ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਕਿਰਪਾ ਕਰੇ ਉਸ ਮੁਕਤੀ ਦੇ ਦਰਵਾਜ਼ੇ ਨੂੰ ਹੀ ਵੱਡਾ ਕਰ ਦੇਵੇ, ਕਿਉਂਕਿ ਗੁਰੂ ਤੇ ਸਮਰੱਥ ਹੈ। ਜੇ ਦਰਵਾਜ਼ਾ ਛੋਟਾ ਵਿੱਚੋਂ ਲੰਘਿਆ ਨਹੀਂ ਜਾ ਸਕਦਾ ਤੇ ਉਸ ਦਰਵਾਜ਼ੇ ਨੂੰ ਵੱਡਾ ਕਰਕੇ ਤੇ ਲੰਘਿਆ ਜਾ ਸਕਦਾ ਹੈ, ਪਰ ਮੁਕਤੀ ਦਾ ਦਰਵਾਜ਼ਾ ਕੇਵਲ ਗੁਰੂ ਹੀ ਵੱਡਾ ਕਰ ਸਕਦਾ, ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਤੇ ਸਤਿਗੁਰੂ ਇੱਥੇ ਬਖਸ਼ਿਸ਼ ਕਰਦਾ ਨੇ, ਕਹਿਣ ਲੱਗੇ ਭਾਈ ਮੁਕਤ ਦੁਆਰਾ ਮੋਕਲਾ, ਮੋਕਲਾ ਤੋਂ ਭਾਵ ਹੈ ਖੁੱਲਾ। ਜੇ ਗੁਰੂ ਰਹਿਮਤ ਕਰ ਦੇਵੇ ਤੇ ਦਰਵਾਜ਼ਾ ਹੀ ਵੱਡਾ ਕਰ ਦੇਵੇ। ਤੇ ਬਚਨ ਕਰਦੇ ਨੇ ਸਹਿਜੇ ਆਵੋ ਜਾਓ, ਤੇ ਫਿਰ ਸਹਿਜੇ ਹੀ ਇਸ ਮਨ ਵਿੱਚ ਆਇਆ ਜਾਇਆ ਜਾ ਸਕਦਾ ਹੈ, ਸਹਿਜੇ ਹੀ ਸੰਸਾਰ ਵਿੱਚੋਂ ਜਾ ਕੇ ਮੁਕਤ ਹੋਇਆ ਜਾ ਸਕਦਾ ਹੈ। ਐਸੀ ਬਖਸ਼ਿਸ਼ ਹੁੰਦੀ ਹੈ। ਮਹਲਾ ਤੀਜਾ। ਨਾਨਕ ਮੁਕਤ ਦੁਆਰਾ ਆਤਮਿਕਾ, ਨਾਨਾ ਹੋਏ ਸੁਜਾਏ। ਫਿਰ ਜਵਾਬ ਦਿੱਤਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਨੇ। ਭਗਤ ਕਬੀਰ ਜੀ ਕਹਿ ਰਹੇ ਨੇ ਵੀ ਮਨ ਤੇ ਹਾਥੀ ਹੈ, ਰਾਈ ਦੇ 10ਵੇਂ ਹਿੱਸੇ ਚੋਂ ਨਿਕਲ ਨਹੀਂ ਸਕਦਾ, ਸੂਈ ਦੇ ਨੱਕੇ ਚੋਂ ਨਿਕਲ ਨਹੀਂ ਸਕਦਾ। ਗੁਰੂ ਨੂੰ ਇਹ ਗੱਲ ਚਾਹੀਦੀ ਹੈ ਕਿ ਗੁਰੂ ਦਰਵਾਜ਼ਾ ਵੱਡਾ ਕਰ ਦੇਵੇ ਜਿਹਦੇ ਵਿੱਚੋਂ ਨਿਕਲ ਜਾਈਏ। ਗੁਰੂ ਦਰਵਾਜ਼ਾ ਤੇ ਵੱਡਾ ਕਰ ਦੇਵੇ, ਪਰ ਇੱਕ ਪਾਸੇ ਆਪਣੇ ਮਨ ਨੂੰ ਹਾਥੀ ਵੀ ਲਿਖਿਆ ਕਿ ਮਨ ਨੂੰ ਜਿਹੜਾ ਹਾਥੀ ਵਰਗਾ ਉਹਨੂੰ ਕੁਝ ਨਹੀਂ ਕਰਨਾ ਚਾਹੀਦਾ। ਗੁਰੂ ਅਮਰਦਾਸ ਮਹਾਰਾਜ ਇੱਥੇ ਉੱਤਰ ਦਿੰਦੇ ਨੇ, ਕਹਿਣ ਲੱਗੇ ਕਬੀਰ ਸਾਈਂ ਜੀ, ਇਹ ਜਿਹੜਾ ਤੁਸੀਂ ਬਚਨ ਕੀਤਾ ਹੈ, ਨਾਨਕ ਮੁਕਤ ਦੁਆਰਾ ਅਤਨੀਕਾ, ਮੁਕਤੀ ਦਾ ਦਰਵਾਜ਼ਾ ਕੀ ਹੈ? ਗਿਆਨ। ਗਿਆਨ ਹੀ ਮੁਕਤੀ ਹੈ। ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੋਇਆ ਮੁਕਤ ਉਹਨਾਂ ਨੇ ਹੋਣਾ ਹੈ। ਤੇ ਇਹ ਜਿਹੜਾ ਗਿਆਨ ਹੈ ਨਾ, ਇਹ ਵੀ ਬੜਾ ਬਰੀਕ ਹੈ, ਬੜਾ ਸੂਖਸ਼ਮ ਹੈ, ਪਰ ਇਸ ਗਿਆਨ ਦੇ ਦਰਵਾਜ਼ੇ ਤੋਂ, ਗਿਆਨ ਦੀ ਮੁਕਤੀ ਤੋਂ ਪਾਰ ਹੋਣ ਵਾਸਤੇ ਕਹਿਣ ਲੱਗੇ ਨਾਨਾ ਹੋਏ ਸੁਜਾਏ, ਆਪਣੇ ਮਨ ਨੂੰ ਵੀ ਤੇ ਨਿੱਕਾ ਕਰਨਾ। ਕੇਵਲ ਗੁਰੂ ਨੂੰ ਤੇ ਹੁਕਮ ਲਾ ਦਿੱਤਾ ਵੀ ਦਰਵਾਜ਼ਾ ਵੱਡਾ ਕਰ ਦਿਓ, ਮੈਂ ਲੰਘਣਾ। ਗੁਰੂ ਦਰਵਾਜ਼ਾ ਤੇ ਵੱਡਾ ਕਰੇਗਾ, ਪਰ ਜਿਹੜਾ ਤੇਰਾ ਮਨ ਹਾਥੀ ਬਣਿਆ ਹੋਇਆ, ਹੰਕਾਰ ਦੇ ਨਾਲ, ਹਉਮੈ ਦੇ ਨਾਲ, ਹੰਗਤਾ ਮਮਤਾ ਦੇ ਨਾਲ, ਮੋਹ ਦੇ ਨਾਲ, ਏਡੇ ਵੱਡੇ ਮਨ ਨੂੰ ਵੀ ਤੇ ਛੋਟਾ ਕਰਨਾ। ਵਿੱਚੋਂ ਹੰਗਤਾ ਨੂੰ ਦੂਰ ਕਰ, ਵਿੱਚੋਂ ਮੋਹ ਨੂੰ ਦੂਰ ਕਰ, ਵਿੱਚੋਂ ਵਿਕਾਰਾਂ ਨੂੰ ਦੂਰ ਕਰ। ਤੇ ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਫਿਰ ਕਿਰਪਾ ਕਰਦੇ, ਜਿਹੜਾ ਮੁਕਤੀ ਦਾ ਦਰਵਾਜ਼ਾ ਹੈ, ਸਤਿਗੁਰੂ ਉਹਦੇ ਤੇ ਵੀ ਰਹਿਮਤ ਕਰਨਗੇ। ਮੁਕਤੀ ਦਾ ਦਰਵਾਜ਼ਾ ਗਿਆਨ ਵੀ ਤੈਨੂੰ ਬਖਸ਼ਿਸ਼ ਕਰਨਗੇ, ਔਰ ਉਸ ਗਿਆਨ ਦੇ ਨਾਲ ਤੈਨੂੰ ਇਹ ਵੀ ਦੱਸਣਗੇ ਵੀ ਆਪਣੇ ਮਨ ਨੂੰ ਵੀ ਛੋਟਾ ਕਰ, ਮਨ ਨੂੰ ਵੀ ਨਿੱਕਾ ਕਰ, ਇਹਦੇ ਵਿੱਚੋਂ ਹਉਮੈ ਹੰਕਾਰ ਨੂੰ ਦੂਰ ਕਰਨਾ ਕਰ। ਹਉਮੈ ਮਨ ਅਸਥੂਲ ਹੈ, ਕਿਉਂ ਕਰ ਵਿੱਚ ਦੇ ਜਾਏ। ਗੁਰੂ ਫਰਮਾਉਂਦੇ ਨੇ ਹਉਮੈ ਕਰਕੇ ਮਨ ਸਥੂਲ ਹੋ ਰਿਹਾ, ਵੱਡਾ ਹੋ ਰਿਹਾ। ਕਿਸੇ ਦੇ ਮਨ ਵਿੱਚ ਇਹ ਹਉਮੈ ਹੈ ਕਿ ਮੈਂ ਉਮਰ ਕਰਕੇ ਵੱਡਾ ਹਾਂ, ਕੋਈ ਆਖਦਾ ਮੈਂ ਪੜ੍ਹਾਈ ਕਰਕੇ ਵੱਡਾ ਹਾਂ, ਕੋਈ ਆਖਦਾ ਮੈਂ ਘਰ-ਬਾਰ ਕਰਕੇ ਵੱਡਾ ਹਾਂ, ਕੋਈ ਆਖਦਾ ਮੈਂ ਧਨ ਦੌਲਤ ਕਰਕੇ ਵੱਡਾ ਹਾਂ, ਕੋਈ ਆਖਦਾ ਮੈਂ ਜਾਤ ਪਾਤ ਧਰਮ ਕਰਕੇ ਵੱਡਾ ਹਾਂ। ਇਹ ਹੰਕਾਰ ਹੈ, ਪਹਿਲਾਂ ਇਹਨੂੰ ਦੂਰ ਕਰ। ਕਬੀਰ ਗਰਬ ਨਾ ਕੀਜੀਐ ਊਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਕਾਸ। ਇਹ ਹੰਕਾਰ ਸੀ ਵੀ ਮੇਰਾ ਘਰ ਬੜਾ ਵੱਡਾ ਹੈ, ਬੜਾ ਉੱਚਾ ਹੈ। ਮੁਕਤ ਨਹੀਂ ਹੋਵੇਗਾ। ਮੁਕਤ ਹੋਣ ਵਾਸਤੇ ਕੀ ਕਰਨਾ ਪਵੇਗਾ? ਤੈਨੂੰ ਇਹ ਸਮਝਣਾ ਪਵੇਗਾ ਵੀ ਘਰ ਭਾਵੇਂ ਜਿੰਨਾ ਮਰਜ਼ੀ ਉੱਚਾ ਤੇ ਵੱਡਾ ਹੈ, ਪਰ ਇੱਕ ਦਿਨ ਸਮਾਂ ਉਹ ਆਉਣਾ ਜਿਸ ਦਿਨ ਮੈਨੂੰ ਧਰਤੀ ਤੇ ਲੰਮੇ ਪੈਣਾ ਪਵੇਗਾ, ਔਰ ਮੇਰੀ ਕਬਰ ਤੇ ਮੇਰੀ ਥਾਂ ਦੇ ਉੱਪਰ ਘਾਹ ਹੀ ਆ ਕੇ ਉਗਣਾ ਹੈ। ਇਹ ਸਮਝ ਕੇ, ਇਹ ਜਾਣ ਕੇ ਤੈਨੂੰ ਮਨ ਵਿੱਚੋਂ ਵੱਡੇ ਘਰ ਦਾ ਹੰਕਾਰ ਕੱਢਣਾ ਪਵੇਗਾ। ਤੇ ਦੂਜਾ ਬਚਨ ਮਹਾਰਾਜ ਕਰਦੇ, ਤੇਰੇ ਮਨ ਵਿੱਚ ਹਉਮੈ ਹੈ ਵੀ ਮੇਰੀ ਜਾਤ, ਮੇਰੀ ਕੁੱਲ ਵੱਡੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਇਹ ਹੰਕਾਰ ਤੇਰਾ ਇਸ ਤਰ੍ਹਾਂ ਦੂਰ ਹੋਵੇਗਾ, ਇਹ ਜਾਤ ਤੇ ਇਹ ਕੁੱਲ ਸਰੀਰ ਦੇ ਨਾਲ ਇੱਥੇ ਹੀ ਰਹਿ ਜਾਣੀ ਹੈ। ਸਰੀਰ ਤੋਂ ਅੱਗੇ ਤੇ ਆਤਮਾ ਜਾਂਦੀ ਹੈ, ਆਤਮਾ ਦੀ ਕੋਈ ਕੁੱਲ ਨਹੀਂ ਤੇ ਕੋਈ ਜਾਤ ਨਹੀਂ ਹੈ। ਤੇ ਮਹਾਰਾਜ ਕਹਿਣ ਲੱਗੇ ਇਹ ਮਨ ਵਿੱਚ ਜਦੋਂ ਬਚਨ ਨੂੰ ਧਾਰਨ ਕਰੇਗਾ, ਫਿਰ ਤੇਰੇ ਕੋਲੋਂ ਵੱਡੇ ਜਾਤ ਦਾ, ਵੱਡੀ ਗੋਦ ਦਾ ਹੰਕਾਰ ਦੂਰ ਹੋਵੇਗਾ।
ਤੇ ਮਹਾਰਾਜ ਸਾਹਿਬ ਜੀਆਂ ਦਾ ਬਚਨ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਅੱਗੇ ਦੇਹ ਜਾਤ ਨਾ ਜਾਏ। ਨਾ ਦੇਹ ਜਾਂਦੀ ਹੈ ਨਾ ਜਾਤ ਜਾਂਦੀ ਹੈ, ਦੋਵੇਂ ਗੱਲਾਂ ਇੱਥੇ ਰਹਿ ਗਈਆਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਹੰਕਾਰ ਦੂਰ ਕਰਨਾ ਪਵੇਗਾ। ਫਿਰ ਆਪਣੀ ਧਨ ਦੌਲਤ ਦਾ ਹੰਕਾਰ ਹੈ, ਮੈਂ ਅਮੀਰ ਹਾਂ, ਮੈਂ ਜਗੀਰਦਾਰ ਹਾਂ। ਪਰ ਪਾਤਸ਼ਾਹ ਕਹਿਣ ਲੱਗੇ ਜਦੋਂ ਦੁਨੀਆ ਤੋਂ ਜਾਣਾ, ਨਾ ਅਮੀਰੀ ਨੇ ਨਾਲ ਜਾਣਾ, ਨਾ ਜਗੀਰਦਾਰੀ ਨੇ ਨਾਲ ਜਾਣਾ। ਪਰ ਇਹ ਬਚਨ ਸਮਝਣਾ ਪਵੇਗਾ ਵੀ ਜਿਨ੍ਹਾਂ ਗੱਲਾਂ ਦਾ ਮੈਂ ਹੰਕਾਰ ਕਰਦਾ ਪਿਆ ਇਹ ਮੇਰੇ ਨਾਲ ਨਹੀਂ ਚੱਲਣੀਆਂ, ਤੇ ਇਹ ਸਮਝ ਕੇ ਤੈਨੂੰ ਹੰਕਾਰ ਛੱਡਣਾ ਪੈਣਾ। ਗੁਰੂ ਨੂੰ ਤੇ ਇਹ ਗੱਲ ਕਹਿ ਦਿੱਤੀ ਹੈ ਵੀ ਦਰਵਾਜ਼ਾ ਵੱਡਾ ਕਰ ਦਿਓ ਤੇ ਵਿੱਚੋਂ ਸੌਖੇ ਲੰਘ ਜਾਈਏ, ਪਰ ਇਹ ਵੀ ਨਾਲ ਕਰਨਾ ਚਾਹੀਦਾ ਸੀ ਵੀ ਆਪਣੇ ਮਨ ਨੂੰ ਵੀ ਛੋਟਾ ਕਰ, ਮਨ ਦੀ ਹੰਕਤਾ ਨੂੰ ਦੂਰ ਕਰ, ਮਨ ਦੀ ਮਮਤਾ ਨੂੰ ਦੂਰ ਕਰ, ਮਨ ਦੇ ਮੋਹ ਨੂੰ ਦੂਰ ਕਰ, ਮਨ ਦੇ ਹੰਕਾਰ ਨੂੰ ਦੂਰ ਕਰ। ਤੇ ਹੰਕਾਰ ਦੂਰ ਇਸ ਤਰ੍ਹਾਂ ਹੋਵੇਗਾ, ਜੇ ਵੱਡਾ ਘਰ ਵੇਖਿਆ ਤੇ ਇਹ ਸਮਝ ਲਾ ਵੀ ਘਰ ਜ਼ਰੂਰ ਵੱਡਾ, ਪਰ ਲਿਟਣਾ ਤੇ ਇੱਕ ਦਿਨ ਘਾਹ ਤੇ ਹੀ ਹੈ, ਧਰਤੀ ਤੇ ਹੀ ਹੈ। ਜੇ ਜਾਤ ਦਾ ਹੰਕਾਰ ਹੈ ਤੇ ਫਿਰ ਇਹ ਸਮਝ ਲਾ ਵੀ ਇਹ ਸਰੀਰ ਦੇ ਨਾਲ ਹੀ ਹੈ, ਬਾਅਦ ਵਿੱਚ ਇਹ ਕੁਝ ਨਹੀਂ ਨਾਲ ਰਹਿਣਾ। ਇਹ ਸਮਝ ਕੇ ਹੰਕਾਰ ਦੂਰ ਕਰ। ਜੇ ਧਨ ਦੌਲਤ ਦਾ ਹੰਕਾਰ ਹੈ ਤੇ ਉਹ ਸਮਝਣਾ ਪਵੇਗਾ ਵੀ ਇਹ ਧਨ ਦੌਲਤ ਮਰੇ ਦੇ ਨਾਲ ਨਹੀਂ ਜਾਣੀ ਹੈ, ਇੱਥੇ ਹੀ ਰਹਿ ਜਾਣੀ ਹੈ। ਇਹ ਹੰਕਾਰ ਦੂਰ ਕਰਨਾ ਪਵੇਗਾ, ਤਾਂ ਇਹ ਤੇਰਾ ਮਨ ਸੂਖਸ਼ਮ ਹੋਵੇਗਾ, ਤਾਂ ਇਹ ਮਨ ਛੋਟਾ ਹੋਵੇਗਾ, ਤਾਂ ਇਹਦੀ ਹਉਮੈ ਦੂਰ ਹੋਵੇਗੀ। ਤੇ ਪਾਤਸ਼ਾਹ ਕਹਿਣ ਲੱਗੇ ਹਉਮੈ ਮਨ ਸਥੂਲ ਹੈ। ਹਉਮੈ ਹੰਕਾਰ ਕਰਕੇ ਮਨ ਮੋਟਾ ਹੋ ਗਿਆ, ਵੱਡਾ ਹੋ ਗਿਆ, ਭਾਰੀ ਹੋ ਗਿਆ। ਕਿਉਂ ਕਰ ਵਿੱਚ ਦੇ ਜਾਏ। ਤੇ ਕਿਵੇਂ ਇਹ ਜਿਹੜਾ ਮਨ ਹੈ ਗਿਆਨ ਰੂਪੀ ਦਰਵਾਜ਼ੇ ਦੇ ਵਿੱਚੋਂ ਲੰਘ ਸਕਦਾ ਹੈ? ਨਹੀਂ ਨਾ ਲੰਘ ਸਕਦਾ, ਕਿਉਂਕਿ ਗਿਆਨ ਦਾ ਦਰਵਾਜ਼ਾ ਬੜਾ ਬਰੀਕ ਹੈ ਤੇ ਤੇਰਾ ਮਨ ਹੰਕਾਰ ਕਰਕੇ ਬੜਾ ਵੱਡਾ, ਤੇ ਉਹਦੇ ਵਿੱਚੋਂ ਲੰਘਿਆ ਨਹੀਂ ਜਾਣਾ ਹੈ। ਸਤਿਗੁਰ ਮਿਲਿਆ ਹਉਮੈ ਗਈ, ਜੋਤ ਰਹੀ ਸਭ ਆਏ। ਸਤਿਗੁਰਾਂ ਦੇ ਕੋਲ ਆ, ਇੱਥੇ ਆ ਕੇ ਪਹਿਲਾਂ ਹਉਮੈ ਨੂੰ ਦੂਰ ਕਰ। ਸਤਿਗੁਰ ਮਿਲਿਆ, ਹਉਮੈ ਗਈ। ਸਤਿਗੁਰਾਂ ਨੂੰ ਮਿਲੇਗਾ, ਇੱਥੇ ਹੰਕਾਰ ਦੂਰ ਹੋਵੇਗਾ। ਇੱਕ ਤੋਂ ਇੱਕ ਚੜ੍ਹੰਦੀਆਂ ਕੌਣ ਜਾਣੇ ਮੇਰਾ ਨਾਉ ਜੀਓ। ਇੱਥੇ ਤੇ ਇੱਕ ਤੋਂ ਇੱਕ ਵੱਡਾ ਹੈ, ਚੜ੍ਹਦੀ ਕਲਾ ਵਾਲਾ ਹੈ, ਬਖਸ਼ਿਸ਼ ਵਾਲਾ ਹੈ। ਇਹਨਾਂ ਦੇ ਸਾਹਮਣੇ ਮੈਂ ਕੁਝ ਵੀ ਨਹੀਂ ਆ। ਇਹ ਗੱਲ ਵੇਖ ਕੇ, ਇਹ ਗੱਲ ਸੁਣ ਕੇ ਤੇਰੇ ਮਨ ਦੀ ਹਉਮੈ ਦੂਰ ਹੋਵੇਗੀ। ਸਤਿਗੁਰ ਮਿਲਿਆ, ਹਉਮੈ ਗਈ। ਹੰਕਾਰ ਤਾਂ ਦੂਰ ਹੋਣਾ ਜੇ ਗੁਰੂ ਦੀ ਸੰਗਤ ਵਿੱਚ ਆਵੇਂਗਾ, ਗੁਰੂ ਦੇ ਬਚਨ ਦੇ ਉੱਪਰ ਚੱਲੇਗਾ। ਗੁਰੂ ਫਿਰ ਇਸ ਤਰ੍ਹਾਂ ਹਉਮੈ ਹੰਕਾਰ ਨੂੰ ਦੂਰ ਕਰ ਦਿੰਦਾ। ਤੇ ਪਾਤਸ਼ਾਹ ਕਹਿਣ ਲੱਗੇ ਜੋਤ ਰਹੀ ਸਭ ਆਏ। ਤੈਨੂੰ ਇਹ ਸਮਝਣਾ ਪਵੇਗਾ ਵੀ ਜਿਹੜੀ ਜੋਤ ਮੇਰੇ ਵਿੱਚ ਪਰਮਾਤਮਾ ਦੀ ਚੇਤਨ ਸਤਾ ਹੈ, ਇਹੋ ਹੀ ਜੋਤ ਸਾਰਿਆਂ ਦੇ ਵਿੱਚ ਹੈ, ਇਹੋ ਹੀ ਚੇਤਨ ਸਤਾ ਸਾਰਿਆਂ ਦੇ ਵਿੱਚ ਹੈ। ਪਰ ਇਹ ਤੈਨੂੰ ਉਦੋਂ ਸਮਝ ਆਉਣੀ ਹੈ ਜਦੋਂ ਗੁਰੂ ਕੋਲ ਆਵੇਂਗਾ, ਜਦੋਂ ਬਾਣੀ ਨੂੰ ਸੁਣੇਗਾ, ਫਿਰ ਸਮਝ ਆਵੇਗੀ ਮੈਂ ਜਿਸ ਗੱਲ ਦਾ ਹੰਕਾਰ ਕਰੀ ਬੈਠਾ ਹਾਂ, ਪਰ ਇਹ ਜੋਤ ਤੇ ਸਾਰਿਆਂ ਦੇ ਵਿੱਚ ਹੀ ਹੈ, ਮੇਰੇ ਇਕੱਲੇ ਵਿੱਚ ਨਹੀਂ ਹੈ। ਇਹੋ ਜਿਉ ਸਦਾ ਮੁਕਤ ਹੈ, ਸਹਿਜੇ ਰਹਾ ਸਮਾਏ। ਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜੀਵ ਮੁਕਤ ਹੋ ਜਾਏਗਾ। ਬੰਦਿਆ ਤੇਰਾ ਮਨ ਮੁਕਤੀ ਨੂੰ ਤਾਂ ਪ੍ਰਾਪਤ ਕਰੇਗਾ ਜਦੋਂ ਸਹਿਜ ਅਵਸਥਾ ਦੀ ਪ੍ਰਾਪਤੀ ਵਾਲਾ ਹੋਵੇਗਾ। ਸਹਿਜ ਅਵਸਥਾ ਦੇ ਵਿੱਚ ਜਦੋਂ ਪਹੁੰਚੇਗਾ ਉਦੋਂ ਪ੍ਰਾਪਤੀ ਹੈ। ਤੇ ਸਹਿਜ ਅਵਸਥਾ ਇਹ ਹੈ ਵੀ ਜੇ ਦੁੱਖ ਆ ਗਿਆ ਤੇ ਉਹਦੇ ਵਿੱਚ ਵੀ ਬਰਾਬਰ ਹੈ, ਜੇ ਸੁੱਖ ਆ ਗਿਆ ਤੇ ਉਹਦੇ ਵਿੱਚ ਵੀ ਬਰਾਬਰ ਹੈ, ਜੇ ਪਦਾਰਥ ਆ ਗਿਆ ਤੇ ਉਹਦੇ ਵਿੱਚ ਵੀ ਉਸੇ ਤਰ੍ਹਾਂ ਦਾ ਹੀ ਹੈ, ਜੇ ਪਦਾਰਥ ਚਲੇ ਗਿਆ ਤੇ ਉਹਦੇ ਵਿੱਚ ਵੀ ਉਸੇ ਤਰ੍ਹਾਂ ਦਾ ਹੀ ਹੈ। ਇਹ ਜਦੋਂ ਸਹਿਜ ਅਵਸਥਾ ਤੇਰੀ ਬਣ ਜਾਏਗੀ, ਬੁਖਾਰ ਹੋ ਜਾਵੇ, ਬੁਖਾਰ ਦੇ ਲੱਛਣ ਨੇ, ਜ਼ੁਕਾਮ ਹੋ ਜਾਵੇ, ਉਹਦੇ ਆਪਣੇ ਲੱਛਣ ਨੇ, ਸਰੀਰ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ ਇਸ ਨੂੰ ਇਸ ਚੀਜ਼ ਨੇ ਗਰਸਿਆ ਹੋਇਆ, ਫੜਿਆ ਹੋਇਆ ਹੈ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਭਾਈ ਇਹ ਜਿਹੜਾ ਤੇਰੇ ਮਨ ਦੇ ਵਿੱਚ ਇਹ ਜਿਹੜੇ ਬਚਨ ਆ ਗਏ ਨੇ, ਇੱਥੋਂ ਪਤਾ ਲੱਗ ਜਾਏਗਾ ਕਿ ਤੂੰ ਇਸ ਹੰਕਾਰ ਦੇ ਨਾਲ ਪਕੜਿਆ ਹੋਇਆ, ਹਉਮੈ ਨਾਲ ਪਕੜਿਆ ਹੋਇਆ, ਮੋਹ ਦੇ ਨਾਲ ਪਕੜਿਆ ਹੋਇਆ। ਪਰ ਜਦੋਂ ਬਰਾਬਰ ਰਹਿਣਾ ਤੈਨੂੰ ਆ ਗਿਆ ਨਾ, ਸੁੱਖ ਤੇ ਦੁੱਖ ਦੇ ਵਿੱਚ, ਪਦਾਰਥ ਆਉਣ ਤੇ ਜਾਣ ਦੇ ਵਿੱਚ, ਫਿਰ ਸਹਿਜ ਅਵਸਥਾ ਦੀ ਪ੍ਰਾਪਤੀ ਹੋਵੇਗੀ। ਫਿਰ ਇਹ ਜਾਣ ਜਾਵੇਂਗਾ ਵੀ ਉਹ ਪਰਮਾਤਮਾ ਸਾਰਿਆਂ ਵਿੱਚ ਸਮਾਇਆ, ਮੇਰੇ ਵਿੱਚ ਵੀ ਉਸ ਦੀ ਜੋਤ ਹੈ। ਪੌੜੀ ਪ੍ਰਭ ਸੰਸਾਰ ਪਾਏ ਕੇ ਵਸ ਆਪਣੇ ਕੀਤਾ। ਪਰਮੇਸ਼ਰ ਨੇ ਦੁਨੀਆ ਬਣਾਈ ਹੈ, ਸੰਸਾਰ ਨੂੰ ਪੈਦਾ ਕੀਤਾ ਹੈ, ਪਰ ਪੈਦਾ ਕਰਕੇ ਵਸ ਉਹਦੇ ਆਪਣੇ ਹੀ ਹੈ। ਬਣਾ ਕੇ ਉਹਨੇ ਕਿਸੇ ਨੂੰ ਨਹੀਂ ਦੇ ਦਿੱਤਾ ਵੀ ਬਣਾਤੀ ਦੁਨੀਆ, ਚਲੋ ਕਿਸੇ ਦੇ ਹੁਕਮ ਦੇ ਵਿੱਚ ਕਰਦੇ ਆ, ਨਹੀਂ।
ਦੁਨੀਆ ਬਣਾਈ ਜ਼ਰੂਰ ਹੈ ਪਰ ਉਹਨੇ ਹੁਕਮ ਵੀ ਆਪਣਾ ਹੀ ਰੱਖਿਆ ਹੋਇਆ। ਪ੍ਰਭ ਸੰਸਾਰ ਉਪਾਇਕ ਹੈ, ਦੁਨੀਆ ਪੈਦਾ ਕਰਕੇ ਵਸ ਆਪਣੇ ਕੀਤਾ, ਆਪਣੇ ਹੁਕਮ ਦੇ ਵਿੱਚ ਕੀਤੀ ਹੋਈ ਹੈ। ਤੁਧ ਸੰਸਾਰ ਉਪਾਇਆ, ਸਿਰੈ ਸਿਰ ਧੰਦਾ ਲਾਇਆ, ਵੇਖਿਆ ਕੀਤਾ ਆਪਣਾ, ਕਰ ਕੁਦਰਤ ਪਾਸਾ ਢਾਲ ਜੀਓ। ਬਚਨ ਆਪਾਂ ਪੜ੍ਹਦੇ ਹਾਂ, ਸਭ ਕੁਝ ਕਰਕੇ ਬਣਾ ਕੇ ਆਪ ਆਪਣੇ ਹੁਕਮ ਦੇ ਵਿੱਚ ਰੱਖੀ ਬੈਠਾ ਹੈ। ਗੰਤ ਪ੍ਰਭੂ ਨ ਪਾਈਏ ਦੂਜੈ ਭਰਮੀਤਾ। ਜੇ ਕੋਈ ਬੰਦਾ ਗਿਣਤੀ ਕਰਨ ਲੱਗ ਪਵੇ, ਜੇ ਗਿਣਤੀ ਵਿੱਚ ਪੈ ਜਾਈਏ, ਮੈਂ ਇੰਨੇ ਦਿਨ ਗੁਰਦੁਆਰੇ ਗਿਆ, ਮੈਂ ਇੰਨੇ ਭਾਂਡੇ ਮਾਂਜੇ, ਮੈਂ ਇੰਨੇ ਪਾਠ ਕੀਤੇ, ਮੈਂ ਇੰਨੀ ਯਾਤਰਾ ਕੀਤੀ, ਮੈਂ ਇੰਨੇ ਚੰਗੇ ਕਰਮ ਕੀਤੇ, ਤੇ ਪਾਤਸ਼ਾਹ ਕਹਿੰਦੇ ਗਣਤੇ ਪ੍ਰਭੂ ਨਾ ਪਾਈਐ। ਗਿਣਤੀ ਕਰਕੇ ਪਰਮੇਸ਼ਰ ਨਹੀਂ ਉਹ ਮਿਲਦਾ, ਕਿਉਂਕਿ ਜੇ ਤੂੰ ਗਿਣਤੀ ਕਰਨ ਲੱਗ ਪਿਆ ਤੇ ਜੇ ਪਰਮੇਸ਼ਰ ਨੇ ਗਿਣਤੀ ਸ਼ੁਰੂ ਕਰ ਦਿੱਤੀ ਵੀ ਇੰਨੇ ਤੂੰ ਮਾੜੇ ਕੀਤੇ, ਇੰਨੇ ਤੂੰ ਪਾਪ ਕੀਤੇ, ਤੇ ਉਹਦਾ ਤਾਂ ਲੇਖਾ ਹੀ ਕੋਈ ਨਹੀਂ ਹੋਣਾ। ਤੈਨੂੰ ਤੇ ਇਸ ਜਨਮ ਦਾ ਪਤਾ ਹੈ ਨਾ ਵੀ ਇਸ ਜਨਮ ਵਿੱਚ ਇੰਨੇ ਕੀਤੇ ਨੇ, ਪਿਛਲੇ ਜਨਮਾਂ ਵਿੱਚ ਕੀ ਕਰਕੇ ਆਇਆ ਉਹਦਾ ਤੈਨੂੰ ਖਿਆਲ ਹੀ ਕੋਈ ਨਹੀਂ ਹੈ। ਜਿਸ ਤਰ੍ਹਾਂ ਆਪਾਂ ਇੱਕ ਸਾਖੀ ਸਰਵਣ ਕਰਦੇ ਨਾ, ਮਹਾਤਮਾ ਪੱਥਰ ਦੇ ਉੱਪਰ ਬੈਠ ਕੇ ਤਪ ਕਰਦਾ ਸੀ ਤੇ ਬਾਅਦ ਵਿੱਚ ਆਖਿਆ ਕਹਿੰਦਾ ਜੀ ਮੈਂ ਬੜਾ ਤਪ ਕੀਤਾ ਤੇ ਮੈਨੂੰ ਪੂਰਾ ਪੂਰਾ ਫਲ ਚਾਹੀਦਾ। ਗਿਣਤੀ ਵਿੱਚ ਪੈ ਗਿਆ ਵੀ ਮੈਂ ਇੰਨੇ ਸਾਲ ਲਾਏ ਨੇ, ਇੰਨੇ ਮਹੀਨੇ ਲਾਏ ਨੇ, ਇੰਨੇ ਘੰਟੇ ਲਾਏ ਨੇ, ਇੰਨੀਆਂ ਸਰਦੀਆਂ ਤੇ ਇੰਨੀਆਂ ਗਰਮੀਆਂ ਸਰੀਰ ਤੇ ਝੱਲੀਆਂ ਨੇ, ਕਿਤੇ ਫਲ ਛੋਟਾ ਨਾ ਮਿਲ ਜਾਵੇ। ਤੇ ਜਦੋਂ ਗਿਣਤੀ ਵਿੱਚ ਪਿਆ ਤੇ ਕਹਿਣ ਲੱਗੇ, ਫਿਰ ਸਿਲਾ ਨੇ ਬੋਲ ਕੇ, ਪੱਥਰ ਨੇ ਬੋਲ ਕੇ ਆਖਿਆ ਮੈਨੂੰ ਵੀ ਇਨਸਾਫ ਚਾਹੀਦਾ, ਇਹ ਮੇਰੇ ਉੱਪਰ ਬੈਠ ਕੇ ਤਪ ਕਰਦਾ ਰਿਹਾ, ਹੁਣ ਮੈਨੂੰ ਚੁੱਕੇ ਆਪਣੇ ਸਿਰ ਤੇ, ਮੈਂ ਇਹਦੇ ਸਿਰ ਤੇ ਬੈਠਣਾ ਚਾਹੁੰਦੀ ਹਾਂ ਤੇ ਮੈਨੂੰ ਵੀ ਫਲ ਦੇਵੇ। ਜੇ ਗਿਣਤੀ ਮਿੰਤੀ ਵਿੱਚ ਪੈ ਜਾਏਗਾ ਤੇ ਤੈਨੂੰ ਤੇਰੇ ਮਾੜੇ ਕਰਮ ਜਿਹੜੇ ਤੂੰ ਕੀਤੇ ਨੇ, ਤੇਰੇ ਕੋਲ ਉਹਨਾਂ ਦੀ ਗਿਣਤੀ ਨਹੀਂ ਹੈ, ਨਾ ਇਸ ਜਨਮ ਦੀ ਨਾ ਪਿਛਲੇ ਜਨਮਾਂ ਦੀ ਮੁਕਤ ਨਹੀਂ ਹੋ ਸਕੇਗਾ। ਗਣਤੈ ਪ੍ਰਭੂ ਨਾ ਪਾਈਐ, ਗਿਣਤੀ ਕਰਕੇ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ ਬਚਨ ਆਪਾਂ ਪੜ੍ਹਦੇ ਹਾਂ। ਲੇਖਾ ਕਤਹਿ ਨਾ ਛੂਟੀਐ, ਖਿਨ ਖਿਨ ਭੂਲਣ, ਹਾਰੇ ਬਚਨ ਆਪਾਂ ਪੜ੍ਹਦੇ ਹਾਂ। ਗਿਣਤੀ ਮਿੰਤੀ ਦੇ ਨਾਲ ਪਰਮੇਸ਼ਰ ਨਹੀਂ ਮਿਲਿਆ, ਸਗੋਂ ਦਵੈਤ ਵਿੱਚ ਲੱਗ ਕੇ ਜੀਵ ਭਰਮਦਾ ਰਹਿੰਦਾ ਹੈ। ਸਤਿਗੁਰ ਮਿਲਿਆ ਜੀਵਤ ਮਰੈ, ਬੁੱਝ ਸੱਚ ਸਮੀਤਾ। ਗੁਰੂ ਮਿਲ ਜਾਂਦਾ, ਗੁਰੂ ਦੇ ਕੋਲੋਂ ਬੁੱਝ ਕੇ ਉਪਦੇਸ਼ ਲੈ ਕੇ ਉਹ ਫਿਰ ਗੁਰਮੁਖ ਜਿਹੜੇ ਨੇ ਸੱਚ ਵਿੱਚ ਸਮਾ ਜਾਂਦੇ ਨੇ, ਤੇ ਉਹ ਜਿਹੜੇ ਗੁਰਮੁਖ ਨੇ ਸਤਿਗੁਰ ਮਿਲਿਆ ਜੀਵਤ ਮਰੈ, ਉਹ ਜੀਵਤ ਭਾਵ ਤੋਂ ਮਰ ਜਾਂਦੇ, ਮੈਂ ਮੇਰੀ ਤੋਂ ਮਰ ਜਾਂਦੇ। ਇਸ ਤਰ੍ਹਾਂ ਗੁਰੂ ਦੇ ਉਪਦੇਸ਼ ਦੇ ਨਾਲ ਸੱਚ ਵਿੱਚ ਸਮਾ ਜਾਂਦੇ ਹਨ। ਸ਼ਬਦੇ ਹਉਮੈ ਖੋਈਏ ਹਰ ਮੇਲ ਮਿਲੀਤਾ। ਇਹ ਜਿਹੜੀ ਹਉਮੈ ਆ ਨਾ, ਗੱਲਾਂ ਦੇ ਨਾਲ ਦੂਰ ਨਹੀਂ ਹੋਣੀ। ਕਈ ਵਾਰੀ ਅਸੀਂ ਕੀ ਕਰਦੇ ਹਾਂ, ਮੈਂ ਤੇ ਦਾਸ ਹਾਂ, ਮੈਂ ਤੇ ਸੇਵਕ ਹਾਂ, ਮੈਂ ਤੇ ਝਾੜੂ ਬਰਦਾਰ ਹਾਂ, ਕਹਿੰਦੇ ਜ਼ਰੂਰ ਹਾਂ, ਪਰ ਉਹ ਕੇਵਲ ਕਹਿਣ ਵਾਸਤੇ ਹੀ ਹੈ, ਅੰਦਰ ਨਹੀਂ ਉਹ ਚੀਜ਼ ਉਤਰੀ ਹੈ, ਕੇਵਲ ਵਿਖਾਵਾ ਹੈ। ਅੰਦਰ ਤਾਂ ਉਤਰੇਗੀ ਸ਼ਬਦੇ ਹਉਮੈ ਖੋਈਐ, ਜਿੰਨਾ ਚਿਰ ਸ਼ਬਦ ਦਾ ਜਾਪ ਨਹੀਂ ਕਰਦਾ, ਜਿੰਨਾ ਚਿਰ ਸ਼ਬਦ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਨਹੀਂ ਕਰਦਾ, ਜਿੰਨਾ ਚਿਰ ਵਾਹਿਗੁਰੂ ਮੰਤਰ ਦੀ ਕਮਾਈ ਨਹੀਂ ਕਰਦਾ, ਉਹਨਾਂ ਚਿਰ ਹਉਮੈ ਦੂਰ ਹੋਣੀ ਨਹੀਂ ਹੈ। ਭਾਵੇਂ ਕਿ ਦੁਨੀਆ ਨੂੰ ਕਹੇਗਾ ਵੀ ਮੈਂ ਦਾਸ ਤੇ ਸੇਵਕ ਹਾਂ, ਪਰ ਉਹ ਕਹਿਣ ਮਾਤਰ ਹੀ ਹੈ, ਦਾਸ ਸੇਵਕ ਬਣਿਆ ਕੋਈ ਨਹੀਂ ਹੈ। ਤੇ ਮਾੜਾ ਜਿਹਾ ਟੋਨ ਦੇ ਨਾਲ ਪਤਾ ਲੱਗ ਜਾਏਗਾ। ਇੱਕ ਮਹਾਤਮਾ ਸਨ, ਜਦੋਂ ਅਨੰਦਪੁਰ ਸਾਹਿਬ ਮਹਾਰਾਜ ਬੈਠੇ ਨੇ 10ਵੇਂ ਪਾਤਸ਼ਾਹ, ਤੇ ਮਹਾਤਮਾ ਇੱਕ ਆਏ, ਸਰੀਰ ਦੇ ਉੱਪਰ ਸਵਾਹ ਮਲੀ ਹੋਈ ਹੈ, ਤੇ ਸਵਾਹ ਮਲਣ ਤੋਂ ਭਾਵ ਇਹ ਸੀ ਵੀ ਮੈਂ ਸਭ ਕੁਝ ਦੁਨੀਆ ਦਾ ਸਵਾਹ ਕਰਕੇ ਜਾਣਿਆ, ਦੁਨੀਆ ਵਿੱਚ ਸਵਾਹ ਤੋਂ ਬਿਨਾਂ ਹੈ ਹੀ ਕੁਝ ਨਹੀਂ, ਮੈਂ ਤੇ ਸਵਾਹ ਦੇ ਵਾਂਗ ਹੋ ਗਿਆ। ਦੁਨੀਆ ਦੇ ਪਦਾਰਥਾਂ ਨੂੰ ਸਵਾਹ ਵਰਗੇ ਜਾਣ ਕੇ ਮੈਂ ਛੱਡ ਦਿੱਤਾ, ਤੇ ਸਵਾਹ ਦੇ ਵਾਂਗ ਮੇਰੇ ਵਿੱਚ ਨਿਮਰਤਾ ਆ ਗਈ ਹੈ। ਤਾਂ ਉਹ ਜਿਹੜੇ ਜੋਗੀ ਲੋਕ ਨੇ ਸਵਾਹ ਮਲ ਕੇ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ, ਸੰਗਤ ਵਿੱਚ ਆ ਕੇ ਬੈਠਿਆ, ਬਚਨ ਬਲਾ ਸੁਣੇ। ਇੱਥੇ ਇੱਕ ਮਹਾਰਾਜ ਦਾ ਸਿੱਖ ਹੈ, ਬੜਾ ਗੁਰਮੁਖ ਨਾਮ ਜਪਣ ਵਾਲਾ, ਉਸਨੇ ਇਹਦੀ ਪਰਖ ਕਰਨ ਵਾਸਤੇ ਇਹਦੇ ਬੈਠੇ ਨੂੰ ਪਿੱਛੋਂ ਇੱਕ ਉਂਗਲ ਲਾ ਦਿੱਤੀ, ਪਿੱਛੋਂ ਮਾੜਾ ਜਿਹਾ ਛੇੜ ਦਿੱਤਾ, ਹੱਥ ਲਾ ਦਿੱਤਾ। ਇਹਨੇ ਪਹਿਲਾਂ ਮੁੜ ਕੇ ਪਿੱਛੇ ਨੂੰ ਵੇਖਿਆ ਤੇ ਫਿਰ ਬੈਠ ਗਿਆ ਆਪਣੀ ਜਗ੍ਹਾ। ਦੁਬਾਰਾ ਫਿਰ ਇਸ ਦੇ ਸਰੀਰ ਨੂੰ ਮਾੜਾ ਜਿਹਾ ਹਰਕਤ ਕੀਤੀ, ਫਿਰ ਪਿੱਛੇ ਮੁੜ ਕੇ ਵੇਖਿਆ, ਫਿਰ ਬੈਠ ਗਿਆ। ਜਦੋਂ ਤੀਜੀ ਵਾਰੀ ਫਿਰ ਇਹਦੇ ਸਰੀਰ ਨੂੰ ਹੱਥ ਲਾਇਆ ਤੇ ਚੁੱਕਿਆ ਇਹਨੇ ਚਿਮਟਾ ਤੇ ਲੱਗ ਗਿਆ ਸਿੱਖ ਦੇ ਮਗਰ, ਅੱਗੇ ਅੱਗੇ ਦੌੜਿਆ ਜਾਵੇ, ਪਿੱਛੇ ਪਿੱਛੇ ਸਾਹ ਦੌੜਿਆ ਜਾਵੇ, ਨਾਲੇ ਗਾਲਾਂ ਕੱਢਦਾ ਜਾਵੇ, ਨਾਲੇ ਬੜਾ ਗੁੱਸੇ ਦੇ ਵਿੱਚ ਆ ਗਿਆ।
ਜਦੋਂ ਇਸ ਕਾਰਵਾਈ ਦਾ ਮਹਾਰਾਜ ਨੂੰ ਪਤਾ ਲੱਗਾ, ਸਤਿਗੁਰਾਂ ਨੇ ਬੁਲਾ ਕੇ ਪੁੱਛਿਆ, ਕਹਿਣ ਲੱਗੇ ਇਹ ਕੀ ਕੀਤਾ ਹੈ? ਉਹ ਤੇ ਸੰਗਤ ਵਿੱਚ ਆ ਕੇ ਬੈਠਾ ਸੀ, ਉਹ ਤੇ ਬੜਾ ਸਾਧੂ ਹੈ, ਸਵਾਹ ਮਲੀ ਹੋਈ ਹੈ। ਕਹਿਣ ਲੱਗਾ, ਮਹਾਰਾਜ ਸਵਾਹ ਤੇ ਉਹਨੇ ਮਲੀ ਹੋਈ ਹੈ, ਪਰ ਮੈਂ ਤੇ ਸਵਾਹ ਨੂੰ ਪਾਸੇ ਹਟਾ ਕੇ ਵੇਖਿਆ ਵੀ ਥੱਲੇ ਕੋਈ ਅੱਗ ਦਾ ਚੰਗਿਆੜਾ ਹੈ ਕਿ ਵਾਕਿਆ ਹੀ ਸਵਾਹ ਬਣ ਗਿਆ। ਪਰ ਮੈਨੂੰ ਹੁਣ ਸਮਝ ਆਈ ਹੈ ਵੀ ਸਵਾਹ ਤੇ ਕੇਵਲ ਉੱਪਰ ਹੀ ਹੈ, ਥੱਲੇ ਤੇ ਅੱਗ ਦਾ ਹੀ ਭਰਿਆ ਹੋਇਆ ਹੈ, ਥੱਲੇ ਤੇ ਹਉਮੈ ਦਾ ਹੀ ਭਰਿਆ ਹੋਇਆ। ਮੇਰੇ ਵਰਗਾ ਕੋਈ ਵਿਰਕਤ ਸਾਧੂ ਨਹੀਂ ਹੋ ਸਕਦਾ, ਮੇਰੇ ਵਰਗਾ ਤਿਆਗੀ ਵਿਰਾਗੀ ਨਹੀਂ ਹੋ ਸਕਦਾ। ਮੈਂ ਮਾੜਾ ਜਿਹਾ ਟੋਇਆ ਤੇ ਮੈਨੂੰ ਗਾਲਾਂ ਕੱਢੀਆਂ ਤੇ ਮਗਰ ਲੱਗ ਗਿਆ। ਸਤਿਗੁਰੂ ਇੱਥੇ ਬਖਸ਼ਿਸ਼ ਕਰਦਾ ਨੇ, ਕਹਿਣ ਲੱਗੇ ਭਾਈ ਇਹ ਜਿਹੜੀ ਹਉਮੈ ਹੈ ਨਾ, ਅਸੀਂ ਗੱਲਾਂ ਦੇ ਨਾਲ ਤੇ ਕਹਿੰਦੇ ਆ ਵੀ ਮੈਂ ਸਾਧੂ ਬਣ ਗਿਆ, ਮੈਂ ਦਾਸ ਬਣ ਗਿਆ, ਮੈਂ ਸੇਵਕ ਬਣ ਗਿਆ, ਮੈਂ ਸਵਾਹ ਮਲ ਲਈ ਹੈ, ਮੈਂ ਦੁਨੀਆ ਤੋਂ ਲੈਣਾ ਕੀ ਹੈ, ਮੈਂ ਤੇ ਆਪਣੇ ਕੱਪੜਿਆਂ ਨੂੰ ਜੇਬ ਤੱਕ ਵੀ ਨਹੀਂ ਲਵਾਈ ਹੈ, ਮੈਂ ਤੇ ਪੈਸੇ ਨੂੰ ਹੱਥ ਤੱਕ ਨਹੀਂ ਲਾਉਂਦਾ। ਇਹ ਕੇਵਲ ਕਹਿਣ ਦੀਆਂ ਗੱਲਾਂ। ਜਦੋਂ ਪਰਖ ਹੁੰਦੀ ਹੈ ਉਹ ਸਾਧੂ ਦੇ ਵਾਂਗ ਅੰਦਰੋਂ ਅੱਗ ਹੀ ਨਿਕਲਣੀ ਹੈ, ਅੰਦਰੋਂ ਚੰਗਿਆੜੇ ਹੀ ਨਿਕਲਣੇ ਨੇ। ਪਰ ਇਹ ਚੰਗਿਆੜੇ ਤੇ ਅੱਗ ਤਾਂ ਅਸਲੀ ਤੌਰ ਤੇ ਦੂਰ ਹੋਵੇਗੀ, ਸ਼ਬਦੈ ਹਉਮੈ ਖੋਈ ਹੈ, ਸ਼ਬਦ ਦੇ ਨਾਲ ਹਉਮੈ, ਉਪਦੇਸ਼ ਦੇ ਨਾਲ ਹਉਮੈ ਦੂਰ ਹੁੰਦੀ ਹੈ। ਅਤੇ ਪਾਤਸ਼ਾਹ ਕਹਿਣ ਲੱਗੇ ਹਰ ਮੇਲ ਮਲੀਤਾ, ਫਿਰ ਉਸ ਪਰਮਾਤਮਾ ਦੇ ਨਾਲ ਜੀ ਮਿਲ ਸਕਦਾ ਹੈ। ਸਭ ਕਿਸੇ ਜਾਣੇ ਕਰੇ ਆਪ, ਆਪੇ ਵਿਗਸੀਤਾ। ਪਰਮਾਤਮਾ ਸਭ ਕੁਝ ਆਪ ਜਾਣਦਾ ਕਰਦਾ ਆਪ ਹੈ ਤੇ ਆਪ ਹੀ ਸਾਰਿਆਂ ਵਿੱਚ ਮਿਲ ਕੇ ਪ੍ਰਸੰਨ ਹੋ ਰਿਹਾ ਹੈ। ਸ਼ਲੋਕ ਮਹਲਾ ਤੀਜਾ। ਸਤਿਗੁਰ ਸਿਓ ਚਿਤ ਨਾ ਲਾਇਓ, ਨਾਮ ਨਾ ਵਸਿਓ ਮਨ ਆਏ। ਜਿਨ੍ਹਾਂ ਨੇ ਗੁਰੂ ਦੇ ਨਾਲ ਚਿੱਤ ਨਹੀਂ ਲਾਇਆ, ਮਨ ਦਾ ਧਿਆਨ ਜਿਨ੍ਹਾਂ ਨੇ ਗੁਰੂ ਦੇ ਨਾਲ ਜੋੜਿਆ ਨਹੀਂ, ਉਹਨਾਂ ਦੇ ਹਿਰਦੇ ਵਿੱਚ ਆ ਕੇ ਪਰਮੇਸ਼ਰ ਵਸਦਾ ਵੀ ਨਹੀਂ ਹੈ। ਬਾਣੀ ਪੜ੍ਹਦਿਆਂ ਚਿੱਤ ਕਿਤੇ ਹੈ, ਸੰਗਤ ਵਿੱਚ ਬੈਠਿਆਂ ਚਿੱਤ ਕਿਤੇ ਹੈ, ਨਾਮ ਜਪਦਿਆਂ ਚਿੱਤ ਕਿਤੇ ਹੈ, ਧਿਆਨ ਤੇ ਟਿਕਿਆ ਹੀ ਨਹੀਂ। ਹੁਕਮਨਾਮਾ ਸਰਵਨ ਕਰਦੇ ਪਏ ਆ, ਮਨ ਤੇ ਟਿਕਿਆ ਹੀ ਨਹੀਂ। ਮਹਾਰਾਜ ਕਹਿਣ ਲੱਗੇ ਸਤਿਗੁਰ ਸਿਉ ਚਿੱਤ ਨਾ ਲਾਇਓ, ਗੁਰੂ ਦੇ ਨਾਲ ਤੇ ਚਿੱਤ ਲਾਇਆ ਨਹੀਂ, ਧਿਆਨ ਜੋੜਿਆ ਨਹੀਂ, ਨਾਮ ਨਾ ਵਸਿਓ ਮਨ ਆਏ, ਤਾਂ ਹੀ ਤੇਰੇ ਮਨ ਵਿੱਚ ਨਾਮ ਨਹੀਂ ਵਸਿਆ ਹੈ। ਤ੍ਰਿਗ ਹਾ ਜੀਵਿਆ, ਕਿਆ ਜੁਗ ਮੈਂ ਪਾਇਆ ਏ। ਲੋਕਾਂ ਦਾ ਤ੍ਰਿਗਾਕਾਰ ਜਿਉਣਾ ਹੈ, ਕੀ ਉਹਨਾਂ ਨੇ ਸੰਸਾਰ ਵਿੱਚ ਆ ਕੇ ਖਟਿਆ ਹੈ, ਕੀ ਪਾਇਆ ਦੁਨੀਆ ਤੇ ਆ ਕੇ? ਅਸਲ ਵਿੱਚ ਦੁਨੀਆ ਤੇ ਆ ਕੇ ਪਾਉਣਾ ਸੀ ਗੁਰੂ ਧਾਰਨ ਕਰਨਾ, ਉਪਦੇਸ਼ ਲੈ ਕੇ ਕਮਾਈ ਕਰਨੀ ਤੇ ਆਪਣੇ ਆਪ ਨੂੰ ਸਫਲਾ ਕਰਨਾ। ਪਰ ਪਾਤਸ਼ਾਹ ਕਹਿਣ ਲੱਗੇ ਜਦੋਂ ਗੁਰੂ ਤੇ ਮਿਲਿਆ ਨਹੀਂ, ਗੁਰੂ ਨੂੰ ਤੇ ਲੱਭਿਆ ਨਹੀਂ, ਨਾਮ ਤੇ ਜਪਿਆ ਕੋਈ ਨਹੀਂ, ਸਰੀਰ ਤੇ ਸਫਲਾ ਕੀਤਾ ਕੋਈ ਨਹੀਂ, ਤੇ ਤ੍ਰਿਗ ਏਵੇਹਾ ਜੀਵਿਆ, ਉਹਨਾਂ ਦੇ ਜੀਵਨ ਨੂੰ ਤ੍ਰਿਗਾਕਾਰ ਲਾਹਨਤ ਹੈ। ਉਹਨਾਂ ਨੇ ਸੰਸਾਰ ਵਿੱਚ ਆ ਕੇ ਕੀ ਖਟਿਆ? ਕੁਝ ਨਹੀਂ ਖਟਿਆ ਹੈ। ਮਾਇਆ ਖੋਟੀ ਰਾਸ ਹੈ, ਇੱਕ ਚੱਸੇ ਮੈਂ ਪਾਜ ਲੈ ਜਾਏ। ਕਹਿਣ ਲੱਗੇ ਜਿਹੜੀ ਮਾਇਆ ਹੈ ਨਾ ਭਾਈ, ਇਹਦਾ ਚਸਕਾ ਤੇ ਬੜਾ, ਸਵਾਦ ਤੇ ਬੜਾ, ਪਰ ਇੱਕ ਚਸੇ ਦੇ ਵਿੱਚ ਅੱਖ ਤੇ ਖੋਲਣ ਨੂੰ ਮੀਟਣ ਦੇ ਸਮੇਂ ਦੇ ਵਿੱਚ ਇਹਦਾ ਪਾਜ ਜਿਹੜਾ ਨਾ ਲੈ ਜਾਂਦਾ ਹੈ। ਮਾਇਆ ਦਾ ਰੰਗ ਜਦੋਂ ਚੜ੍ਹਦਾ ਹੈ ਤੇ ਮਨੁੱਖ ਬੜਾ ਉਦੋਂ ਖੁਸ਼ ਹੁੰਦਾ ਹੈ। ਮਾਇਆ ਦੇ ਰੰਗ ਇਹਦੇ ਸਰੀਰ ਦੇ ਉੱਪਰ ਦਿਖਾਈ ਦਿੰਦੇ ਨੇ, ਇਹਦੇ ਸਰੀਰ ਦੇ ਕੱਪੜਿਆਂ ਦੇ ਨਾਲ, ਇਹਦੀ ਬਹਿਣੀ ਉੱਠਣੀ ਦੇ ਨਾਲ। ਪਰ ਪਾਤਸ਼ਾਹ ਕਹਿਣ ਲੱਗੇ ਮਾਇਆ ਖੋਟੀ, ਇਹ ਮਾਇਆ ਹੈ ਖੋਟੀ ਹੈ, ਦਗਾ ਦੇ ਜਾਣ ਵਾਲੀ ਹੈ। ਇਹਦੀ ਜਿਹੜੀ ਰਾਸ ਹੈ ਨਾ, ਸਵਾਦ, ਉਹ ਵੀ ਖੋਟਾ ਹੀ ਹੈ। ਮਾਇਆ ਖੋਟੀ ਰਾਸ ਹੈ, ਮਾਇਆ ਦਾ ਸਵਾਦ ਵੀ ਖੋਟਾ ਹੈ। ਇੱਕ ਚਸੇ ਮਹਿ ਪਾਜ ਲਹਿ ਜਾਏ, ਇੱਕ ਚਸੇ ਦੇ ਵਿੱਚ ਇਹਦਾ ਪਾਜ ਉਗੜ ਜਾਂਦਾ, ਇਹਦੀ ਬਨੌਟ ਜਿਹੜੀ ਉਹ ਪਤਾ ਲੱਗ ਜਾਂਦੀ ਹੈ। ਹੱਥੋਂ ਛੁਟਕੀ ਤਨ ਸਿਆਹ ਹੋਏ, ਬਦਨ ਜਾਏ ਕੁਮਲਾਏ। ਕਿਤੇ ਮਾਇਆ ਹੱਥੋਂ ਛੁੱਟ ਜਾਵੇ ਨਾ, ਮੰਨ ਲਓ ਵੀ ਹੱਥ ਵਿੱਚ ਪੈਸੇ ਫੜੇ ਨੇ ਜਾਂ ਜੇਬ ਦੇ ਵਿੱਚ ਪਾਏ ਨੇ, ਤੇ ਬੰਦਾ ਕਹਿੰਦਾ ਵੀ ਮੈਂ ਤੇ ਬੜਾ ਵਿਰਾਗੀ ਆ, ਮੈਂ ਤੇ ਬੜਾ ਤਿਆਗੀ ਆ, ਮੈਂ ਤੇ ਮੋਹ ਮਮਤਾ ਨਹੀਂ ਕਰਦਾ। ਪਾਤਸ਼ਾਹ ਕਹਿਣ ਲੱਗੇ ਰੱਬ ਨਾ ਕਰੇ ਉਹ ਮਾਇਆ ਕਦੇ ਜੇਬ ਵਿੱਚੋਂ ਜਾਂ ਹੱਥ ਵਿੱਚੋਂ ਡਿੱਗ ਪਵੇ। ਤੇ ਪਾਤਸ਼ਾਹ ਕਹਿੰਦੇ ਡਿੱਗਦਿਆਂ ਨਾਲ ਕੀ ਹੋ ਜਾਂਦਾ? ਤਨ ਸਿਆਹੋ ਹੋਏ, ਸਾਰੇ ਸਰੀਰ ਦਾ ਰੰਗ ਹੀ ਕਾਲਾ ਪੈ ਜਾਂਦਾ, ਰੰਗ ਹੀ ਉੱਡ ਗਿਆ ਸਰੀਰ ਦਾ। ਕਹਿੰਦਾ ਤੇ ਪਿਆ ਸੀ ਵੀ ਮੈਂ ਬੜਾ ਤਿਆਗੀ ਤੇ ਵਿਰਾਗੀ ਆ, ਪਰ ਜਦੋਂ ਮਾਇਆ ਡਿੱਗ ਪਈ ਉਸੇ ਵੇਲੇ ਰੰਗ ਵਿੱਚ ਫਰਕ ਪੈ ਗਿਆ। ਆਪਾਂ ਆਮ ਹੀ ਕਹਿ ਦਿੰਦੇ ਕੀ ਹੋਇਆ, ਤੇਰਾ ਰੰਗ ਉੱਡਿਆ ਹੋਇਆ ਹੈ। ਪਾਤਸ਼ਾਹ ਕਹਿਣ ਲੱਗੇ ਜਿਹੜਾ ਰੰਗ ਉੱਡ ਜਾਂਦਾ ਨਾ, ਗੋਰਾ ਚਿੱਟਾ ਰੰਗ ਵੀ ਕਾਲਾ ਦਿਸਣ ਲੱਗ ਪੈਂਦਾ। ਅਸਲ ਵਿੱਚ ਉਹ ਮਾਇਆ ਦਾ ਹੀ ਰੰਗ ਸੀ ਜਿਹਦੇ ਨਾਲ ਇਹ ਫੱਬਦਾ ਪਿਆ ਸੀ। ਅੱਜ ਉਹ ਮਾਇਆ ਹੱਥੋਂ ਡਿੱਗ ਪਈ ਹੈ, ਪਦਾਰਥ ਹੱਥੋਂ ਨਿਕਲ ਗਿਆ, ਡਿੱਗਦਿਆਂ ਨਾਲ ਹੀ ਇਹਨੇ ਮਨ ਨੂੰ ਇਹੋ ਜਿਹਾ ਗਮ ਲਾਇਆ ਵੀ ਇਹਦਾ ਰੰਗ ਵੀ ਕਾਲਾ ਪੈਣਾ ਸ਼ੁਰੂ ਹੋ ਗਿਆ। ਹੱਥੋਂ ਛੁਟਕੀ ਤਨ ਸਿਆਹੋ ਹੋਏ,
ਹੱਥੋਂ ਛੁੱਟਦਿਆਂ ਹੱਥੋਂ ਜਾਂਦਿਆਂ ਜਿਹੜਾ ਤਨ ਸਰੀਰ ਹੈ ਉਹਦਾ ਰੰਗ ਕਾਲਾ ਪੈ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਬਦਨ ਜਾਏ ਕਮਲਾਏ, ਬਦਨ ਨਾਮ ਹੈ ਮੁਖ ਦਾ, ਮੂੰਹ ਵੀ ਕਮਲਾ ਜਾਂਦਾ, ਚਿਹਰਾ ਵੀ ਉਤਰ ਜਾਂਦਾ ਉਸ ਵੇਲੇ। ਜਿਹੜਾ ਥੋੜਾ ਸਮਾਂ ਪਹਿਲਾਂ ਚਿਹਰਾ ਹੱਸੂ ਹੱਸੂ ਕਰਦਾ ਸੀ, ਜਿਹੜਾ ਚਿਹਰਾ ਬੜਾ ਦਗਦਗ ਕਰਦਾ ਸੀ, ਜਿਸ ਦੇ ਚਿਹਰੇ ਤੇ ਬੜੀਆਂ ਲਾਲੀਆਂ ਸਨ, ਜਦੋਂ 10 ਮਿੰਟਾਂ ਬਾਅਦ ਪਤਾ ਲੱਗਾ ਨਾ ਵੀ ਤੇਰੇ ਕੋਲ ਕੁਝ ਨਹੀਂ ਰਹਿ ਗਿਆ, ਤੇਰੀ ਮਾਇਆ ਲੁੱਟੀ ਗਈ ਹੈ, ਤੇਰੇ ਅਕਾਊਂਟ ਖਾਲੀ ਹੋ ਗਏ ਨੇ, ਤੈਨੂੰ ਘਾਟਾ ਪੈ ਗਿਆ, ਤੂੰ ਬਰਬਾਦ ਹੋ ਗਿਆ, ਉਹ ਚਿਹਰੇ ਦੀਆਂ ਲਾਲੀਆਂ, ਚਿਹਰੇ ਦੀਆਂ ਖੁਸ਼ੀਆਂ ਉਸੇ ਵੇਲੇ ਖਤਮ ਹੋ ਗਈਆਂ, ਕਮਲਾ ਗਿਆ ਚਿਹਰਾ, ਸੁੱਕ ਗਿਆ ਮੂੰਹ ਉਸੇ ਵੇਲੇ। ਪਾਤਸ਼ਾਹ ਕਹਿੰਦੇ ਮਾਇਆ ਦਾ ਰੰਗ ਹੈ, ਮਾਇਆ ਖੋਟੀ ਰਾਸ ਹੈ, ਤਾਂ ਹੀ ਇਹਨੂੰ ਖੋਟਾ ਧਨ ਆਖਿਆ ਮਾਇਆ ਨੂੰ। ਸਰੀਰ ਵੀ ਕਾਲਾ ਹੋ ਗਿਆ ਤੇ ਪਾਤਸ਼ਾਹ ਕਹਿੰਦੇ ਚਿਹਰਾ ਵੀ ਕਮਲਾ ਜਾਂਦਾ ਹੈ। ਜਿਨ ਸਤਿਗੁਰ ਸਿਓ ਚਿਤ ਲਾਇਆ, ਤਿਨ ਸੁਖ ਵਸਿਆ ਮਨ ਆਏ। ਗੁਰੂ ਦੇ ਨਾਲ ਚਿੱਤ ਲਾਇਆ, ਮਨ ਲਾਇਆ, ਸੁਖ ਸਰੂਪ ਪਰਮਾਤਮਾ ਉਹਨਾਂ ਦੇ ਮਨ ਵਿੱਚ ਵਸ ਜਾਂਦਾ ਹੈ। ਹਰ ਨਾਮ ਧਿਆਵੇ ਰੰਗ ਸਿਓ, ਹਰ ਨਾਮ ਰਹੇ ਲਿਵ ਲਾਏ। ਗੁਰਮੁਖ ਜਿਹੜੇ ਨੇ ਰੰਗ ਕਹੀਏ ਪ੍ਰੇਮ, ਪ੍ਰੇਮ ਦੇ ਨਾਲ ਨਾਮ ਧਿਆਉਂਦੇ ਨੇ। ਜਿਨ੍ਹਾਂ ਨੇ ਮਾਇਆ ਦੀ ਮਮਤਾ ਮੋਹ ਨੂੰ ਛੱਡ ਦਿੱਤਾ, ਬੜੇ ਪ੍ਰੇਮ ਦੇ ਨਾਲ ਭਿੱਜੇ ਹੋਏ ਉਹਦੇ ਨਾਮ ਨੂੰ ਜਪਦੇ ਨੇ। ਹਰ ਨਾਮ ਰਹਿ ਲਿਵ ਲਾਏ, ਨਾਮ ਦੇ ਵਿੱਚ ਹੀ ਉਹਨਾਂ ਦੀ ਲਿਵ ਲੱਗੀ ਰਹਿੰਦੀ ਹੈ। ਨਾਨਕ ਸਤਿਗੁਰ ਸੋ ਧਨ ਸੌਂਪਿਆ, ਜੇ ਜੀ ਮੈਂ ਰਿਆ ਸਮਾਏ। ਪਾਤਸ਼ਾਹ ਬਖਸ਼ਿਸ਼ ਕਰਦੇ ਸਾਨੂੰ ਤੇ ਗੁਰੂ ਨੇ ਉਹ ਧਨ ਬਖਸ਼ਿਸ਼ ਕੀਤਾ ਹੈ ਜਿਹੜਾ ਇਸ ਜੀਵ ਦੇ ਨਾਲ ਇਸ ਲੋਕ ਦੇ ਵਿੱਚ ਵੀ ਇੱਜ਼ਤ ਦਿੰਦਾ ਹੈ। ਜਦੋਂ ਸਰੀਰ ਛੱਡ ਕੇ ਪਰਲੋਕ ਦੇ ਵਿੱਚ ਜਾਵੇਗਾ ਉੱਥੇ ਵੀ ਉਹ ਇੱਜ਼ਤ ਦੇਗਾ। ਪਰਮਾਤਮਾ ਦਾ ਐਸਾ ਨਾਮ ਹੈ। ਰੰਗ ਤਿਸੈ ਕੋ ਅਗਲਾ, ਵੰਨੀ ਚੜੇ ਚੜੇ ਚੜਾਏ। ਪਾਤਸ਼ਾਹ ਬਖਸ਼ਿਸ਼ ਕਰਦੇ ਜਿਨ੍ਹਾਂ ਨੂੰ ਰੰਗ ਲੱਗਾ ਹੈ, ਜਿਨ੍ਹਾਂ ਨੂੰ ਪ੍ਰੇਮ ਲੱਗਾ ਹੈ ਨਾਮ ਦਾ, ਤੇ ਜਿਨ੍ਹਾਂ ਨੇ ਨਾਮ ਜਪ ਕੇ ਉਸ ਰੰਗ ਨੂੰ ਆਪਣੇ ਮਨ ਦੇ ਉੱਪਰ ਚਾੜਿਆ ਹੈ। ਰੰਗ ਤਿਸੈ ਕੋ ਅਗਲਾ, ਅਗਲਾ ਤੋਂ ਭਾਵ ਬਹੁਤਾ, ਜਿੰਨਾ ਆਨੰਦ ਅੱਜ ਸੀ, ਜਿੰਨਾ ਪ੍ਰੇਮ ਅੱਜ ਸੀ, ਉਸ ਤੋਂ ਅੱਗੇ ਹੋਰ ਲੱਗ ਗਿਆ, ਉਸ ਤੋਂ ਅੱਗੇ ਹੋਰ ਲੱਗ ਗਿਆ, ਹੋਰ ਲੱਗ ਗਿਆ। ਉਹ ਪ੍ਰੇਮ ਦਾ ਰੰਗ ਦਿਨੋਂ ਦਿਨ ਵੱਧਦਾ ਜਾਂਦਾ ਹੈ, ਦਿਨੋਂ ਦਿਨ ਉਹ ਕਿਰਪਾ ਹੋਰ ਵੱਧਦੀ ਜਾਂਦੀ ਹੈ, ਦਿਨੋਂ ਦਿਨ ਹੋਰ ਪ੍ਰੇਮ ਵੱਧਦਾ ਜਾਂਦਾ ਹੈ। ਕਹਿਣ ਲੱਗੇ ਚੌਥੀ ਜੋ ਭੂਮਿਕਾ ਹੈ ਉਹਦੀ ਦਾਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ, ਉਹ ਮੁਕਤੀ ਦੇ ਦਰਵਾਜ਼ੇ ਤੱਕ ਪਹੁੰਚ ਜਾਂਦੇ ਹਨ। ਮਹਲਾ ਤੀਜਾ, ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ। ਮਾਇਆ ਹੈ ਨਾ ਪਦਾਰਥ, ਮਾਇਆ ਇਕੱਲੇ ਨਾਮ ਨੋਟ ਦਾ ਨਹੀਂ ਹੈ। ਮਾਇਆ ਉਹ ਚੀਜ਼ ਹੈ ਜਿਹਨੂੰ ਵੇਖ ਕੇ ਰੱਬ ਭੁੱਲ ਜਾਵੇ। ਤੇ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੂੰ ਰੱਬ ਭੁੱਲਿਆ ਉਹਨਾਂ ਨੂੰ ਮਾਇਆ ਜਿਹੜੀ ਹੈ ਨਾ ਨਾਗ ਦੇ ਵਾਂਗ ਡੱਸਦੀ ਹੈ। ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ। ਇਹ ਇਕੱਲੀ ਮੈਨੂੰ ਨਹੀਂ, ਇਕੱਲੀ ਤੁਹਾਨੂੰ ਨਹੀਂ, ਇਹਦੇ ਪੂਰੇ ਸੰਸਾਰ ਨੂੰ ਆਪਣਾ ਲਪੇਟਾ ਮਾਰ ਕੇ ਬੈਠੀ ਹੋਈ ਹੈ। ਪੂਰੇ ਸੰਸਾਰ ਨੂੰ ਆਪਣੀ ਗੁੰਝਲ ਵਿੱਚ ਲੈ ਕੇ ਬੈਠੀ ਹੋਈ ਹੈ, ਪੂਰੇ ਸੰਸਾਰ ਨੂੰ ਆਪਣੀ ਗ੍ਰਿਫਤ ਵਿੱਚ ਲੈ ਕੇ ਬੈਠੀ ਹੋਈ ਹੈ। ਇਹ ਐਸੀ ਮਾਇਆ ਹੈ। ਇਸकी ਸੇਵਾ ਜੋ ਕਰੇ, ਤਿਸੀ ਕੋ ਫਿਰ ਖਾਏ। ਜਿਹੜਾ ਇਸ ਮਾਇਆ ਦੀ ਸੇਵਾ ਕਰਦਾ, ਇਸ ਮਾਇਆ ਨਾਲ ਪ੍ਰੇਮ ਕਰਦਾ, ਖਾਂਦੀ ਵੀ ਉਹਨੂੰ ਹੀ ਹੈ। ਸੱਪ ਰੱਖਿਆ ਹੋਇਆ ਨਾ ਘਰ ਵਿੱਚ ਕਿਸੇ ਨੇ, ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਲਾਈ ਜਾਓ ਕੋਲ ਬੈਠ ਬੈਠ ਕੇ, ਜਦੋਂ ਸਮਾਂ ਮਿਲਿਆ ਉਹਨੇ ਇਹ ਨਹੀਂ ਵੇਖਣਾ ਵੀ ਮੈਨੂੰ ਇਹ ਦੁੱਧ ਪਿਲਾ ਕੇ ਪਾਲਦਾ ਪਿਆ, ਡੰਗ ਮਾਰ ਲੱਗਿਆ ਝੱਟ ਲਾਏਗਾ। ਸੱਪ ਦਾ ਸੁਭਾਅ ਹੀ ਇਹੋ ਜਿਹਾ। ਸੱਪੈ ਦੁੱਧ ਪਿਆਈਏ ਅੰਦਰ ਵਿਸ ਨਕੋਰ, ਅੰਦਰ ਜ਼ਹਿਰ ਭਰੀ ਹੈ। ਉਹਨੇ ਇਹ ਨਹੀਂ ਵੇਖਣਾ ਵੀ ਮੇਰੇ ਮਾਲਕ ਨੇ ਮੈਨੂੰ ਦੁੱਧ ਪਿਲਾ ਕੇ ਪਾਲਿਆ, ਡੰਗ ਮਾਰਨ ਦਾ ਸਮਾਂ ਆਵੇਗਾ ਉਸੇ ਵੇਲੇ ਮਾਰੇਗਾ। ਮਹਾਰਾਜ ਕਹਿਣ ਲੱਗੇ ਮਾਇਆ ਵੀ ਭਾਈ ਨਾਗਨੀ ਇਹੋ ਜਿਹੀ ਹੈ, ਜਿਹੜਾ ਇਹਦੀ ਸੇਵਾ ਕਰਦਾ, ਜਿਹੜਾ ਇਹਦੇ ਪ੍ਰੇਮ ਵਿੱਚ ਪੈਂਦਾ, ਜਿਹੜਾ ਇਹਨੂੰ ਇਕੱਠੀ ਕਰਦਾ, ਤਿਸ ਹੀ ਕੋ ਫਿਰ ਖਾਏ। ਇਹ ਖਾਂਦੀ ਵੀ ਉਹਨੂੰ ਹੀ ਹੈ। ਤੇ ਜਿਹਦੇ ਕੋਲ ਮਾਇਆ ਬਹੁਤੀ ਇਕੱਠੀ ਹੈ ਨਾ, ਉਹਨੂੰ ਖਾਂਦੀ ਹੈ ਪੁੱਤਰਾਂ ਦੇ ਰੂਪ ਦੇ ਵਿੱਚ, ਸ਼ਰੀਕਾਂ ਦੇ ਰੂਪ ਦੇ ਵਿੱਚ, ਦੁਸ਼ਮਣਾਂ ਦੇ ਰੂਪ ਦੇ ਵਿੱਚ ਆ ਕੇ ਖਾਂਦੀ ਹੈ। ਜਿਹੜਾ ਮਾੜਾ ਧਾੜਾ ਕੰਗਾਲ ਗਰੀਬ ਹੈ ਉਹਦੇ ਕੋਲ ਕਿਸੇ ਨੇ ਕੀ ਆਉਣਾ, ਜਿਹਦੇ ਕੋਲ ਮਾਇਆ ਉਹਨੂੰ ਲੁੱਟਣ ਵਾਸਤੇ ਸਾਰੇ ਹੀ ਤਿਆਰ ਬੈਠੇ ਨੇ। ਰਿਸ਼ਤੇਦਾਰ ਵੀ ਚਾਹੁੰਦੇ ਵੀ ਇਹਦਾ ਸਾਰਾ ਕੁਝ ਸਾਨੂੰ ਮਿਲ ਜਾਏ, ਪਰਿਵਾਰ ਵੀ ਇਹ ਚਾਹੁੰਦਾ ਵੀ ਸਭ ਕੁਝ ਸਾਨੂੰ ਆਵੇ, ਇਹਨੂੰ ਮਾਰ ਕੇ ਪਰੇ ਕਰੀਏ। ਦੋਸਤ ਮਿੱਤਰ ਵੀ ਇਹ ਗੱਲ ਚਾਹੁੰਦੇ ਨੇ, ਔਰ ਦੁਨੀਆ ਵੀ ਇਹ ਗੱਲ ਚਾਹੁੰਦੀ ਹੈ ਵੀ ਇਹ ਖਤਮ ਹੋ ਜਾਵੇ ਤੇ ਸਾਡਾ ਸਾਰਾ ਕੁਝ ਮੈਨੂੰ ਮਿਲ ਜਾਏ।
ਤਿਸ ਹੀ ਕੀ ਸੇਵਾ ਜੋ ਕਰੇ, ਜਿਹੜਾ ਇਸ ਮਾਇਆ ਦੀ ਸੇਵਾ ਕਰਦਾ, ਮਾਇਆ ਵਿੱਚ ਮੋਹ ਪਾਉਂਦਾ, ਮਾਇਆ ਇਕੱਠੀ ਕਰਦਾ, ਇਹ ਮਾਇਆ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਉਸੇ ਨੂੰ ਹੀ ਖਾ ਜਾਂਦੀ, ਖਤਮ ਕਰ ਦਿੰਦੀ ਹੈ। ਤੇ ਆਪਾਂ ਵੇਖ ਸਕਦੇ ਹਾਂ ਵੱਡੇ ਵੱਡੇ ਜਗੀਰਦਾਰ, ਵੱਡੇ ਵੱਡੇ ਰਾਜੇ ਮਹਾਰਾਜੇ, ਉਹਨਾਂ ਦੇ ਨਾਲ ਕੀ ਹੋਇਆ। ਮਾਇਆ ਦੇ ਖਜ਼ਾਨੇ ਤੇ ਭਰੇ ਨੇ ਅੱਜ ਤੇ ਮਾਲਕ ਨੇ, ਪਰ ਉਸ ਮਾਇਆ ਨੇ ਇਹੋ ਜਿਹੀ ਵਿਪਤਾ ਪਾਈ ਵੀ ਮੌਤ ਦਾ ਕਾਰਨ ਬਣ ਗਈ ਜਾਂ ਜੇਲ੍ਹ ਵਿੱਚ ਸੁੱਟਣ ਦਾ ਕਾਰਨ ਬਣ ਜਾਂਦੀ ਹੈ। ਗੁਰਮੁਖ ਕੋਈ ਗਾਰੜੋ ਤਿਨ ਮਲ ਦਾ ਲਾਈ ਪਾਏ। ਗੁਰਮੁਖ ਹੈ ਵਿਰਲਾ ਜਿਹਨੂੰ ਗਾਰੜੂ ਮੰਤਰ, ਗਾਰੜੀ ਮੰਤਰ ਆਉਂਦਾ ਹੈ। ਗਾਰੜੀ ਮੰਤਰ ਜਿਹੜਾ ਹੈ ਜੇ ਪੜ੍ਹਿਆ ਜਾਵੇ ਤੇ ਕਹਿੰਦੇ ਸੱਪ ਨੇੜੇ ਨਹੀਂ ਆਉਂਦਾ, ਪਰ ਜੇ ਡੰਗ ਵੀ ਮਾਰ ਜਾਵੇ ਤੇ ਤਾਂ ਵੀ ਉਹ ਮੰਤਰ ਪੜ੍ਹਿਆ ਜਾਵੇ ਤੇ ਉਹਦੀ ਜ਼ਹਿਰ ਚੜ੍ਹਦੀ ਨਹੀਂ ਹੈ। ਜਿਹੜੇ ਗਾਰੜੀ ਮੰਤਰ ਜਾਣਦੇ ਨੇ ਉਹਨਾਂ ਨੂੰ ਸੱਪ ਦਾ ਭੈ ਕੋਈ ਨਹੀਂ ਰਹਿੰਦਾ। ਗਾਰੜੀ ਮੰਤਰ ਕੀ ਹੈ? ਪਰਮੇਸ਼ਰ ਦਾ ਨਾਮ। ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਸੋਝੀ ਹੈ, ਗਿਆਨ ਹੈ, ਉਹਨਾਂ ਦੀ ਇਹ ਮਾਇਆ ਰੂਪੀ ਸਪਨੀ ਫਿਰ ਕੁਝ ਵਿਗਾੜ ਨਹੀਂ ਸਕਦੀ, ਸਗੋਂ ਇਹਨੂੰ ਫੜ ਕੇ ਆਪਣੀ ਦਾਸੀ ਬਣਾ ਲੈਂਦੇ, ਆਪਣੀ ਸੇਵਕ ਬਣਾ ਲੈਂਦੇ ਹਨ। ਮਾਇਆ ਜਿਹੜੀ ਉਹਨਾਂ ਦੀ ਦਾਸੀ ਬਣ ਜਾਂਦੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਫਿਰ ਨੌਕਰਾਨੀ ਬਣ ਕੇ, ਸੇਵਕ ਬਣ ਕੇ ਉਹਨਾਂ ਦੇ ਕੰਮ ਕਰਦੀ ਹੈ। ਨਾਨਕ ਸੇ ਉਬਰੇ ਜੇ ਸੱਚ ਰਹੇ ਲਿਵ ਲਾਏ। ਸਾ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਉਬਰੇ ਉਹ ਨੇ, ਬਚੇ ਉਹ ਨੇ ਜਿਨ੍ਹਾਂ ਨੇ ਸੱਚ ਦੇ ਨਾਮ ਆਪਣੇ ਆਪ ਨੂੰ ਜੋੜਿਆ ਹੈ। ਔਰੇ ਢਾਡੀ ਕਰੇ ਪੁਕਾਰ ਪ੍ਰਭੂ ਸੁਨਾਏ ਸੀ। ਜਸ ਕਰਨ ਵਾਲਾ ਬਣ ਕੇ ਜਸ ਕਰਕੇ ਪਰਮੇਸ਼ਰ ਨੂੰ ਸੁਣਾਉਣਾ ਕਰ। ਅੰਦਰ ਧੀਰਖ ਹੋਏ ਪੂਰਾ ਪਾਏ ਸੀ। ਅੰਦਰ ਧੀਰਜ ਹੈ। ਧੀਰਜ ਕੀ ਹੈ? ਦੁੱਖ ਤੇ ਸੁੱਖ ਵਿੱਚ ਬਰਾਬਰ ਨੇ, ਅਮੀਰੀ ਤੇ ਗਰੀਬੀ ਵਿੱਚ ਬਰਾਬਰ ਨੇ। ਇਹੋ ਜਿਹੇ ਜਿਹੜੇ ਧੀਰਜਵਾਨ ਨੇ ਨਾ, ਪਾਤਸ਼ਾਹ ਕਹਿੰਦੇ ਪੂਰਾ ਪਾਏ ਸੀ, ਉਹ ਪਰਮੇਸ਼ਰ ਨੂੰ ਪਾਉਂਦੇ ਹਨ। ਜੋ ਤੁਰ ਲਿਖਿਆ ਲੇਖ ਸੇ ਕਰਮ ਕਮਾਏ ਸੀ। ਤੋਂ ਲੇਖ ਲਿਖੇ ਨੇ, ਜੀਵ ਉਹ ਕਰਮ ਕਰਦਾ ਹੈ। ਜਾਂ ਹੋਵੇ ਖਸਮ ਦਿਆਲ ਤਾਂ ਮਹਿਲ ਘਰ ਪਾਏ ਸੀ। ਖਸਮ ਦਿਆਲੂ ਹੋ ਜਾਵੇ, ਉਹ ਸਰੂਪ ਰੂਪੀ ਘਰ ਨੂੰ ਪ੍ਰਾਪਤ ਕਰ ਲੈਂਦੇ ਹਨ। ਸੋ ਪ੍ਰਭ ਮੇਰਾ ਅਤ ਵੱਡਾ ਗੁਰਮੁਖ ਮੈਂ ਲਾਏ ਸੀ। ਪਾਤਸ਼ਾਹ ਕਹਿਣ ਲੱਗੇ ਉਹ ਪਰਮਾਤਮਾ ਬੜਾ ਵੱਡਾ ਭਾਈ, ਅੰਤ ਨਹੀਂ ਕਿਛ ਪਾਰਾਵਾਰਾ, ਉਹਦੇ ਪਾਰਾਵਾਰ ਦਾ ਅੰਤ ਕੋਈ ਨਹੀਂ, ਏਡਾ ਵੱਡਾ ਹੈ। ਪਰ ਗੁਰਮੁਖ ਮੇ ਲਾਏ ਸੀ। ਗੁਰਮੁਖ ਗੁਰੂ ਦੇ ਕੋਲ ਜਾ ਕੇ ਫਿਰ ਗੁਰੂ ਬਖਸ਼ਿਸ਼ ਕਰਕੇ ਉਸ ਪਰਮਾਤਮਾ ਨਾਲ ਮਿਲਾ ਦਿੰਦਾ ਜਿਹੜਾ ਬੜਾ ਵੱਡਾ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਜੋ ਸੱਜਣ ਆਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲੋ। ਜਾਂ ਹੋਏ ਖਸਮ ਦਿਆਲ ਤਾਂ ਮਹਿਲ ਘਰ ਪਾਏ ਸੀ। ਸੋ ਪ੍ਰਭ ਮੇਰਾ ਅਤ ਵੱਡਾ ਗੁਰਮੁਖ ਮੇਲਾਏ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ